ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸ਼ਕ। ਵਾਹਿਗੁਰੂ ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੰਦੂ ਹਟਿਓ ਧੀਰ ਉਰ ਧਰ ਕੈ, ਦੁਸ਼ਟ ਭਨੇ ਮਹਿ ਚਿਤ ਕੋ ਧਰ ਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਆਪ ਸਰਬੱਤ ਸੰਗਤਾਂ ਆਪਣੇ ਕੀਮਤੀ ਅਮੁੱਲਕ ਸਵਾਸ ਹਜੂਰ ਦੀ ਨਿੱਘੀ ਗੋਦ ਵਿੱਚ ਬਤੀਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਸਮਾਂ ਹੋਇਆ ਹੈ ਮਹਾਰਾਜ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਬਾਣੀ ਰਚਨਹਾਰ, ਸ਼ਾਂਤੀ ਦੇ ਪੁੰਜ ਹਜੂਰ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ਹੀਦੀ ਗੁਰਪੁਰਬ ਆ ਰਿਹਾ ਹੈ, ਉਸ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਲੜੀਵਾਰ ਕਥਾ 2-3 ਦਿਨ ਜਿੰਨਾ ਸਮਾਂ ਮਿਲੇਗਾ, ਆਪਾਂ ਹਜੂਰ ਦੇ ਚਰਨਾਂ ਕਮਲਾਂ ਤੇ ਜਿਸ ਤਰ੍ਹਾਂ ਨਮਸਕਾਰ ਕਰਦੇ ਹਾਂ। ਆਓ ਸਾਧ ਸੰਗਤ ਜੀ, ਅੱਜ 1 ਜੂਨ 1984 ਵਾਲੇ ਦਿਨ ਦਾ ਜਦੋਂ ਸੂਰਜ 5 ਦਰਿਆਵਾਂ ਦੀ ਧਰਤੀ ਉੱਪਰ ਸਾਧ ਸੰਗਤ ਜੀ ਸ਼ਹਾਦਤਾਂ ਦਾ ਪੈਗਾਮ ਲੈ ਕੇ ਚੜ੍ਹਿਆ ਸੀ, ਅੰਮ੍ਰਿਤ ਵੇਲੇ ਤੋਂ ਹੀ ਬਾਬਾ ਅਟਲ ਰਾਏ ਜੀ ਵਾਲੇ ਅਸਥਾਨ ਤੇ CRP ਤੇ BSF ਦੀਆਂ ਜੋ ਫੌਜਾਂ ਸੀ, ਉਹਨਾਂ ਨੇ ਓਪਨ ਫਾਇਰਿੰਗ ਕਰਕੇ ਸਿੱਧੀ ਲੜਾਈ ਸ਼ੁਰੂ ਕੀਤੀ ਸੀ। ਅੱਜ ਦੇ ਦਿਨ ਮੋਰਚੇ ਦੇ ਜਿਸ ਤਰ੍ਹਾਂ ਮੰਨਿਆ ਜਾਂਦਾ ਹੈ, ਪਹਿਲੇ ਸ਼ਹੀਦ ਧੰਨ ਭਾਈ ਮਹਿੰਗਾ ਸਿੰਘ ਜੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਬਾਬਾ ਅਟਲ ਰਾਏ ਜੀ ਵਾਲੀ ਉਹ ਸਾਧ ਸੰਗਤ ਜੀ ਪਾਵਨ ਪਵਿੱਤਰ ਇਮਾਰਤ
ਉਸ ਤੇ ਭਾਈ ਮਹਿੰਗਾ ਸਿੰਘ ਜੀ ਖੇਤ ਜੋ ਮਾਂਡਿਓ ਸੂਰਮਾ, ਜੰਗ ਦਾ ਮੈਦਾਨ ਮਾਂਡ ਕੇ ਅਬ ਜੂਝਣ ਕੋ ਦਾਓ। ਅਰਦਾਸ ਕਰਦੇ ਸੀ ਸਾਧ ਸੰਗਤ ਜੀ। ਉਹਨਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ, ਜਿਸ ਸਮੇਂ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ ਤੋਂ ਜਾਂਦੇ ਹਨ, ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉੱਥੇ ਅਰਦਾਸ ਕੀਤੀ ਸੀ, ਮਹਾਰਾਜ ਜੀ ਸ਼ਹੀਦੀ ਦੀ ਦਾਤ ਸਾਡੀ ਝੋਲੀ ਵਿੱਚ ਪਾਉਣਾ। ਅੱਜ ਜੰਗ ਦਾ ਮੈਦਾਨ ਮਾਂਡ ਕੇ ਬੈਠੇ ਹਨ ਭਾਈ ਮਹਿੰਗਾ ਸਿੰਘ ਜੀ। ਜਿਸ ਤਰ੍ਹਾਂ ਸਾਧ ਸੰਗਤ ਜੀ ਜ਼ਾਲਮਾਂ ਨੂੰ ਨਾਸ਼ ਜਮਾਂ ਦੇ ਧਾਮ ਭੇਜੀ ਆਉਂਦੇ ਹਨ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਐਸੇ ਸੂਰਮੇ ਭਾਈ ਮਹਿੰਗਾ ਸਿੰਘ ਜੀ, ਗੋਲੀ ਆ ਕੇ ਮੱਥੇ ਨੂੰ ਚੱਟਦੀ ਹੋਈ ਪਾਰ ਹੋ ਜਾਂਦੀ ਹੈ। ਉੱਥੇ ਧਰਤੀ ਤੇ ਸਾਧ ਸੰਗਤ ਜੀ ਪਿੱਛੇ ਸੂਰਮਾ ਡਿੱਗ ਪੈਂਦਾ ਹੈ। ਨਾਲ ਦੇ ਸਿੰਘ ਪੁੱਛਦੇ ਹਨ, ਕੀ ਹਾਲ ਚਾਲ ਨੇ ਭਾਈ ਮਹਿੰਗਾ ਸਿੰਘ ਜੀ? ਕਹਿੰਦੇ ਹਨ, ਸਿੰਘੋ ਚੜ੍ਹਦੀ ਕਲਾ ਹੋ ਗਈ। ਐਸੇ ਭਾਈ ਮਹਿੰਗਾ ਸਿੰਘ ਜੀ ਸਾਧ ਸੰਗਤ ਜੀ ਅੱਜ 1 ਜੂਨ ਵਾਲੇ ਦਿਨ, ਜਿਨ੍ਹਾਂ ਦਾ ਸੰਸਕਾਰ ਫਿਰ ਮੰਜੀ ਸਾਹਿਬ ਵਾਲੇ ਅਸਥਾਨ ਦੇ ਸਾਹਮਣੇ ਜੋ ਬਾਗ ਹੈ, ਉਸ ਜਗ੍ਹਾ ਤੇ ਸਾਰਾ ਪੰਥ ਇਕੱਤਰ ਹੋਇਆ ਸੀ। ਸੰਤ ਜੀ ਆਪ ਆਏ ਸਨ। ਐਸੇ ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਬੇਅੰਤ ਬੇਅੰਤ ਵਾਰ ਪ੍ਰਣਾਮ ਹੈ। ਆਓ ਸਾਧ ਸੰਗਤ ਜੀ, ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਦ ਜੀਵਨ ਹੋਏ। ਐਸੇ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜਸ ਜਿਸ ਸਮੇਂ ਭੱਟ ਗਾਉਣਾ ਆਰੰਭ ਕਰਦੇ ਹਨ, ਮੁਖ ਤੋਂ ਕਹਿੰਦੇ ਹਨ, ਸਤਿਗੁਰ ਚਰਨ ਕਵਲ ਰਿਦ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇੱਕ ਜੀਭਾਂ ਨਾਲ ਆਪ ਜੀਆਂ ਦਾ ਜਸ ਨਹੀਂ ਕਿਹਾ ਜਾ ਸਕਦਾ। ਹਜੂਰ ਆਪ ਜੀਆਂ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਮਹਾਰਾਜ ਜੀ ਸਾਨੂੰ ਬਲ ਬਖਸ਼ਿਆ ਜੇ। ਆਪਣਾ ਜਸ ਮਹਾਰਾਜ ਜੀ ਸਾਡੇ ਤੋਂ ਕਰਾ ਲਿਆ ਜੇ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਧੰਨ ਮਾਤਾ ਭਾਨੀ ਜੀਆਂ ਦੀ ਕੁੱਖ ਤੋਂ ਮਹਾਰਾਜ ਜੀਆਂ ਦਾ ਅਵਤਾਰ ਹੋਇਆ ਹੈ। ਸਾਧ ਸੰਗਤ ਜੀ ਸਗਲ ਮਨੋਰਥ ਪੂਰੀ ਆਸਾ, ਜਿਨ੍ਹਾਂ ਦੇ ਨਾਮ ਲਿਆਂ ਹੀ ਦਰਸ਼ਨ ਕੀਤਿਆਂ ਹੀ ਸਾਰੇ ਮਨੋਰਥ ਤੇ ਆਸਾਵਾਂ ਪੂਰੀਆਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਬਾਬਤ ਭੱਟ ਮਥੁਰਾ ਜੀ ਕਹਿੰਦੇ ਹਨ, ਭੰਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿੱਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰਹੁ। ਕਹਿੰਦੇ ਹਨ ਕਲ ਯੁਗ ਦੇ ਵਿੱਚ ਜਹਾਜ਼ ਦੀ ਨਿਆਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ। ਉਹਨਾਂ ਦੇ ਨਾਲ ਲੱਗ ਕੇ ਸਾਰੇ ਸੰਸਾਰ ਦੇ ਲੋਕੋ ਤੁਸੀਂ ਤਰ ਜਾਵੋ। ਜਿਨ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਜੀ ਗੁਰਬਾਣੀ ਦਾ ਜਹਾਜ਼ ਮਹਾਰਾਜ ਜੀਆਂ ਨੇ ਕਲ ਯੁਗ ਦੇ ਵਿੱਚ ਰਚਿਆ ਹੈ। ਹਜੂਰ ਨੇ ਸਾਧ ਸੰਗਤ ਜੀ ਆਪਣੇ ਨਾਨਾ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਤੋਂ ਹਜੂਰ ਨੂੰ ਵਰ ਪ੍ਰਾਪਤ ਸੀ, ਦੋਹਿਥਾ ਬਾਣੀ ਕਾ ਬੋਹਿਥਾ। ਇਹ ਕਲਯੁਗ ਦੇ ਵਿੱਚ ਬਾਣੀ ਦਾ ਜਹਾਜ਼ ਤਿਆਰ ਕਰਨਗੇ, ਜਿਨ੍ਹਾਂ ਬਾਬਤ ਸਾਧ ਸੰਗਤ ਜੀ ਭੱਟ ਸਾਹਿਬਾਨ ਫਰਮਾਉਂਦੇ ਹਨ, ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਮਹਾਰਾਜ ਜੀਆਂ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਤੇ ਗੁਰਸਿੱਖਾਂ ਦੀ ਰਸਨਾ ਤੇ ਮਹਾਰਾਜ ਜੀਆਂ ਨੇ ਵਸਾ ਦਿੱਤਾ। ਅੱਜ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿਸ ਸਮੇਂ ਪਾਪੀ ਚੰਦੂ ਇਸ ਦੇ ਲਾਗੀ ਆਉਂਦੇ ਹਨ ਮਹਾਰਾਜ ਜੀਆਂ ਦੇ ਦਰਬਾਰ ਵਿੱਚ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਡੀਲ ਡੌਲ ਦੇਖ ਕੇ ਜਦੋਂ ਵਾਪਸ ਜਾਂਦੇ ਹਨ, ਚੰਦੂ ਪੁੱਛਦਾ ਹੈ ਕਿੰਦੇ ਨਾਲ ਮੇਰੀ ਬੇਟੀ ਦਾ ਨਾਤਾ ਕਰ ਆਏ ਹੋ, ਮੇਰੀ ਪੁੱਤਰੀ ਦਾ। ਉਸ ਸਮੇਂ ਲਾਗੀ ਦੱਸਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜੋ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗੱਦੀ ਤੇ ਬਿਰਾਜਮਾਨ ਹਨ, ਉਹਨਾਂ ਦੇ ਪੁੱਤਰ ਧਰਮਵੀਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨਾਲ ਨਾਤਾ ਕਰ ਆਏ ਹਾਂ। ਉਸ ਸਮੇਂ ਚੰਦੂ ਕਹਿੰਦਾ ਹੈ, ਇਹ ਚੰਦੂ ਸਾਧ ਸੰਗਤ ਜੀ ਜਹਾਂਗੀਰ ਦਾ ਜਿਸ ਤਰ੍ਹਾਂ ਦੀਵਾਨ ਸੀ ਉਸ ਸਮੇਂ ਦਾ, ਇੰਨਾ ਹੰਕਾਰ ਸੀ ਇਸ ਨੂੰ। ਕਹਿੰਦਾ ਹੈ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਭਾਵ ਇੰਨਾ ਹੰਕਾਰ ਸੀ। ਜਿਹੜੀ ਚੁਬਾਰੇ ਤੇ ਇੱਟ ਸੁੰਦਰ ਲੱਗਦੀ ਹੈ,
ਕਹਿੰਦਾ ਹੈ ਸਾਡਾ ਕਿੱਥੇ ਮੇਲ ਹੀ ਨਹੀਂ ਹੈਗਾ ਗੁਰੂ ਕਿਆਂ ਨਾਲ, ਕਿੱਥੇ ਅਸੀਂ ਉੱਚੇ ਚਬਾਰੇ, ਕਿੱਥੇ ਥੱਲੇ ਮੋਰੀ। ਐਸਾ ਨਰਾਦਰ ਸਾਧ ਸੰਗਤ ਜੀ ਜਦੋਂ ਦਿੱਲੀ ਦੇ ਉੱਥੇ ਖੜੇ ਸਿੰਘਾਂ ਨੇ ਸੁਣਿਆ ਹੈ, ਉਸ ਸਮੇਂ ਸਾਧ ਸੰਗਤ ਜੀ ਸਿੰਘਾਂ ਨੇ ਤਤ ਪਰ ਚਿੱਠੀ ਲਿਖ ਦਿੱਤੀ ਮਹਾਰਾਜ ਜੀਆਂ ਨੂੰ, ਹਜੂਰ ਐਸੇ ਹੰਕਾਰੀ ਦਾ ਰਿਸ਼ਤਾ ਆਪ ਨਾ ਪ੍ਰਵਾਨ ਕਰਨਾ, ਆਪਣੇ ਆਪ ਨੂੰ ਚੁਬਾਰਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਨੂੰ ਮੋਰੀ ਦੱਸਦਾ ਹੈ। ਜਿਸ ਸਮੇਂ ਫਿਰ ਚੰਦੂ ਨੇ ਬੜੇ ਯਤਨ ਕੀਤੇ, ਕਈ ਵਾਰ ਇਸ ਨੇ ਭੇਜੇ ਆਪਣੇ ਜੋ ਸਾਧ ਸੰਗਤ ਜੀ ਐਦੀਏ ਜਾ ਕੇ ਕਹਿਣ ਕਿ ਮਹਾਰਾਜ ਜੀ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ। ਜਦੋਂ ਤੀਸਰੀ ਵਾਰ ਐਦੀਏ ਸਾਧ ਸੰਗਤ ਜੀ ਵਾਹਿਗੁਰੂ ਫਿਰ ਇਸ ਨੇ ਇੱਕ ਵਾਰੀ ਭੇਜੇ ਲਾਗੀ, ਇਹ ਕਹਿ ਕੇ ਭੇਜਿਆ ਸੀ ਜੇ ਪਿਆਰ ਨਾਲ ਮੰਨਣ ਤਾਂ ਠੀਕ ਹੈ, ਨਹੀਂ ਤਾਂ ਕਹਿਓ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਿਸ ਸਮੇਂ ਲਾਗੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਦਰਬਾਰ ਸਜਦਾ ਹੈ, ਉਸ ਸਮੇਂ ਹਜੂਰ ਨੇ ਕਿਹਾ ਸਾਡੇ ਸਿੱਖਾਂ ਨੇ ਆਖਿਆ ਹੈ ਕਿ ਤੇਰੇ ਘਰ ਦਾ ਰਿਸ਼ਤਾ ਨਹੀਂ ਲੈਣਾ। ਅਸੀਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪ੍ਰੇਮ ਨਾਲ ਕਹਿੰਦੇ ਹਨ ਉਹ ਤਾਂ ਚੁਬਾਰਾ ਹੈ, ਅਸੀਂ ਕਿੱਥੇ ਮੋਰੀ, ਇਹ ਰਿਸ਼ਤਾ ਨਹੀਂ ਬਣ ਸਕਦਾ। ਉੱਥੇ ਸਾਧ ਸੰਗਤ ਜੀ ਪਾਸ ਹੀ ਧੰਨ ਮਾਤਾ ਦਮੋਦਰੀ ਜੀਆਂ ਦੇ ਪਿਤਾ ਜੀ ਖੜੇ ਹਨ, ਮਨ ਵਿੱਚ ਕਹਿੰਦੇ ਹਨ ਮਣਾ ਤੂੰ ਉੱਠ ਕੇ ਕਹਿ ਦਵੇ ਹਜੂਰ ਤੇਰੇ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ, ਪਰ ਮਨ ਦੇ ਵਿੱਚ ਧੰਨ ਬਾਬਾ ਧੰਨ ਮਾਤਾ ਦਮੋਦਰੀ ਜੀਆਂ ਦੇ ਪਿਤਾ ਜੀ ਖਿਆਲ ਕਰਦੇ ਨੇ ਕਿੱਥੇ ਗੁਰੂ ਕੇ ਤੇ ਮਣਾ ਕਿੱਥੇ ਤੂੰ, ਇੱਕ ਗਰੀਬ ਜਿਹਾ ਸਿੱਖ ਕਿਹੜੇ ਮੂੰਹ ਨਾਲ ਹਜੂਰ ਨੂੰ ਕਵੇਂਗਾ। ਦੂਸਰੀ ਵਾਰ ਫਿਰ ਲਾਗੀਆਂ ਨੇ ਕਿਹਾ, ਉਸ ਸਮੇਂ ਹਜੂਰ ਕਹਿੰਦੇ ਹਨ ਕਿੱਥੇ ਤੁਹਾਡਾ ਉਹ ਚੰਦੂ ਚੁਬਾਰਾ, ਕਿੱਥੇ ਅਸੀਂ। ਉਸ ਸਮੇਂ ਸਾਧ ਸੰਗਤ ਜੀ ਫਿਰ ਮਾਤਾ ਦਮੋਦਰੀ ਜੀਆਂ ਦੇ ਪਿਤਾ ਜੀ ਖੜੇ ਹੋਣ ਲੱਗੇ, ਫਿਰ ਮਨ 'ਚ ਸੋਚਦੇ ਨੇ ਮਣਾ ਸਿੱਖ ਹੱਸਣਗੇ ਕੀ ਕਹਿਣਗੇ, ਕਿੱਥੇ ਗੁਰੂ ਕੇ ਨੇ ਤੇ ਕਿੱਥੇ ਤੂੰ। ਤੀਸਰੀ ਵਾਰ ਜਦੋਂ ਮਹਾਰਾਜ ਜੀਆਂ ਨੇ ਫਿਰ ਉਹਨਾਂ ਲਾਗੀਆਂ ਨੂੰ ਕਿਹਾ ਅਸੀਂ ਗਰੀਬ ਹਾਂ ਤੇ ਸਾਨੂੰ ਕੋਈ ਗਰੀਬ ਮਿਲ ਜਾਵੇਗਾ, ਉਹ ਚੰਦੂ ਅਮੀਰ ਹੈ ਉਹਨੂੰ ਅਮੀਰ ਹੀ ਫੱਬਦੇ ਨੇ। ਉਸ ਸਮੇਂ ਮਾਨੋ ਕਿ ਹਜੂਰ ਨੇ ਹੀ ਬਲ ਬਖਸ਼ ਦਿੱਤਾ। ਧੰਨ ਮਾਤਾ ਦਮੋਦਰੀ ਜੀਆਂ ਦੇ ਪਿਤਾ ਜੀ ਹੱਥ ਜੋੜ ਕੇ ਖੜੇ ਹੋ ਗਏ, ਕਹਿੰਦੇ ਹਨ ਮਹਾਰਾਜ ਜੀ ਮੂੰਹ ਮੇਰਾ ਬਹੁਤ ਛੋਟਾ ਹੈ, ਗੱਲ ਬਹੁਤ ਵੱਡੀ ਮਹਾਰਾਜ ਜੀ ਆਪ ਜੀਆਂ ਦੇ ਚਰਣਾ ਕਮਲਾਂ ਵਿੱਚ ਕਹਿਣ ਲੱਗਾ ਹਾਂ, ਹਜੂਰ ਕਿਰਪਾ ਕਰੋ ਆਪ ਜੀ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ। ਉਸੇ ਸਮੇਂ ਹਜੂਰ ਨੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਹਿ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ। ਉਥੇ ਸਾਧ ਸੰਗਤ ਜੀ ਮਾਤਾ ਮਰਵਾਹੀ ਜੀਆਂ ਦੇ ਪਿਤਾ ਜੀ ਵੀ ਪਿੱਛੇ ਖੜੇ ਹੋ ਕੇ ਹੱਥ ਜੋੜ ਕੇ ਕਹਿੰਦੇ ਹਨ ਹਜੂਰ ਕਿਰਪਾ ਕਰੋ ਮੇਰੀ ਪੁੱਤਰੀ ਦਾ ਵੀ ਰਿਸ਼ਤਾ ਮਹਾਰਾਜ ਜੀ ਆਪ ਪ੍ਰਵਾਨ ਕਰੋ। ਹਜੂਰ ਨੇ 7 ਬਚਨ ਕਹੇ। ਉਥੇ ਸਾਧ ਸੰਗਤ ਜੀ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਫਿਰ ਤੀਸਰਾ ਮਹਿਲ ਧੰਨ ਮਾਤਾ ਨਾਨਕੀ ਜੀ ਹੋਏ ਹਨ, ਜਿਨ੍ਹਾਂ ਦੀ ਕੁੱਖ ਤੋਂ ਮਰਦ ਗੰਮੜੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦਾ ਅਵਤਾਰ ਹੋਇਆ ਹੈ। ਜਿਸ ਸਮੇਂ ਚੰਦੂ ਨੂੰ ਖਬਰ ਪਤਾ ਲੱਗਦੀ ਹੈ ਸੜ ਬਲ ਜਾਂਦਾ ਹੈ। ਹਰ ਸਮੇਂ ਸਾਧ ਸੰਗਤ ਜੀ ਜਹਾਂਗੀਰ ਦੇ ਕੰਨ ਭਰਦਾ ਸੀ, ਕਹਿੰਦਾ ਸੀ ਜਿਹੜਾ ਖੁਸਰੋ ਤੁਹਾਡਾ ਸ਼ਹਿਜ਼ਾਦਾ ਤੁਸੀਂ ਦੇਸ਼ ਨਿਕਾਲਾ ਦਿੱਤਾ ਹੈ, ਭਾਵ ਅੰਦਰ ਈਰਖਾ ਤਾਂ ਆਪਦੀ ਰੱਖਦਾ ਸੀ, ਮੈਂ ਏਡਾ ਦੀਵਾਨ ਤੇ ਮੇਰਾ ਰਿਸ਼ਤਾ ਨਹੀਂ ਕਬੂਲ ਕੀਤਾ ਇਹਨਾਂ। ਤੇ ਇਸ ਸਮੇਂ ਕਹਿੰਦਾ ਹੈ ਜਹਾਂਗੀਰ ਬਾਦਸ਼ਾਹ ਨੂੰ ਜਿਸ ਨੂੰ ਤੁਸੀਂ ਦੇਸ਼ ਨਿਕਾਲਾ ਦਿੱਤਾ ਹੈ ਉਸ ਨੂੰ ਇਹਨਾਂ ਨੇ ਪਨਾਹ ਦਿੱਤੀ ਹੈ। ਜਿਸ ਸਮੇਂ ਖੁਸਰੋ ਤਰਨ ਤਾਰਨ ਸਾਹਿਬ ਜੀਆਂ ਦੀ ਧਰਤੀ ਤੇ ਆਇਆ ਸੀ ਹਜੂਰ ਦੇ ਸ਼ਰਨ ਵਿੱਚ ਆਇਆ ਸੀ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਮਹਾਰਾਜ ਜੀਆਂ ਦਾ ਤਾਂ ਸੁਭਾਅ ਹੀ ਇਹ ਹੈ। ਉਥੇ ਹਜੂਰ ਨੇ ਥੋੜੀ ਮਾਇਆ ਦੇ ਕੇ ਵੀ ਇਸ ਨੂੰ ਸਾਧ ਸੰਗਤ ਜੀ ਨਿਹਾਲ ਕੀਤਾ ਸੀ। ਇਹ ਚੰਦੂ ਐਸੀਆਂ ਖਬਰਾਂ ਦਿੰਦਾ ਸੀ। ਫਿਰ ਕਹਿੰਦਾ ਸੀ ਇਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਬਾਬਤ ਕਿ ਇਸਲਾਮ ਦੀ ਤੋਹੀਨ ਲਿਖੀ ਹੈ। ਫਿਰ ਸਾਧ ਸੰਗਤ ਜੀ ਇਸ ਤੋਂ ਉਪਰੰਤ ਬੇਅੰਤ ਵਾਰ ਇਸ ਨੇ ਆਪ ਹੀ ਜਿਸ ਤਰ੍ਹਾਂ ਪੰਜਾਬ ਤੋਂ ਕੋਈ ਵੀ ਖਬਰ ਆਉਣੀ ਕਈ ਵਾਰਾਂ ਆਪ ਚੋਰੀ ਡਾਕੂ ਭਾਵ ਇਸ ਨੇ ਭੇਜਣੇ, ਨਾਮ ਲਾ ਦੇਣਾ। ਦੇਖਿਆ ਜਹਾਂਗੀਰ ਬਾਦਸ਼ਾਹ ਮੈਂ ਕਿਹਾ ਸੀ ਇਹ ਬਣੇ ਤਾਂ ਭਾਵ ਬਾਹਰੋਂ ਸਾਧੂ ਫਿਰਦੇ ਨੇ, ਸਵੇਰੇ ਸੇਵਾ ਕਰਦੇ ਨੇ, ਰਾਤ ਨੂੰ ਇਹ ਚੋਰੂ ਡਾਕੇ ਮਾਰਦੇ ਨੇ, ਤਾਂ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਜਿਸ ਸਮੇਂ ਇਸ ਨੇ ਖੁਸਰੋ ਦਾ ਵੀ ਦੱਸਿਆ ਉਸ ਸਮੇਂ ਬਾਦਸ਼ਾਹ ਨੇ ਸਾਧ ਸੰਗਤ ਜੀ
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਜਿਸ ਤਰ੍ਹਾਂ 2.5 ਲੱਖ ਦਾ ਆਉਂਦਾ ਹੈ ਹਰਜਾਨਾ ਭਰਨ ਲਈ ਆਖਿਆ, ਜਿਸ ਸਮੇਂ ਐਦੀਏ ਭੇਜੇ ਹਜੂਰ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਐਦੀਏ ਆ ਕੇ ਮਹਾਰਾਜ ਜੀਆਂ ਪਾਸ ਚੰਦੂ ਨੇ ਸਿਖਾ ਕੇ ਭੇਜਿਆ ਸੀ, ਬੜੇ ਕੌੜੇ ਬਚਨ ਬੋਲਣੇ ਨੇ ਤੁਸੀਂ ਜਾ ਕੇ। ਪਰ ਜਿਸ ਸਮੇਂ ਐਦੀਆ ਆਇਆ, ਦੇਖ ਕੇ ਹਜੂਰ ਦਾ ਤੇਜ ਪ੍ਰਤਾਪ, ਆਪ ਮੁਹਾਰੇ ਉਸ ਦਾ ਸੀਸ ਝੁਕ ਗਿਆ, ਠੰਡ ਪੈ ਗਈ ਛਾਤੀ ਦੇ ਵਿੱਚ। ਉਸ ਸਮੇਂ ਕਹਿੰਦਾ ਹੈ, ਮਹਾਰਾਜ ਜੀ ਭੇਜਿਆ ਤਾਂ ਮੈਨੂੰ ਚੰਦੂ ਨੇ ਸੀ, ਪਰ ਆਪ ਜੀਆਂ ਦਾ ਇੰਨਾ ਕੋਮਲ ਸੁਭਾਅ ਹੈ। ਮਹਾਰਾਜ ਜੀਆਂ ਨੂੰ ਕਹਿੰਦਾ ਉਹ ਆਪ ਜੀਆਂ ਨਾਲ ਈਰਖਾ ਕਰਦਾ ਹੈ। ਉਸ ਸਮੇਂ ਹਜੂਰ ਨੇ ਕਿਹਾ ਸੀ, ਅਸੀਂ ਆਪ ਹੁਣ ਲਾਹੌਰ ਆਵਾਂਗੇ। ਜਿਸ ਸਮੇਂ ਸਾਧ ਸੰਗਤ ਜੀ ਫਿਰ ਹਜੂਰ ਦੀ ਤਿਆਰੀ ਕਰਦੇ ਹਨ, ਉਸੇ ਦਿਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਭਾਈ ਗੁਰਦਾਸ ਜੀਆਂ ਨੂੰ ਜਿਸ ਤਰ੍ਹਾਂ 94 ਸਿੱਖਾਂ ਨੂੰ ਸੱਦ ਕੇ ਮਹਾਰਾਜ ਜੀਆਂ ਸਾਧ ਸੰਗਤ ਜੀ ਪੁੱਛਦੇ ਹਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਿ ਸਾਡੇ ਪੁੱਤਰ ਗੁਰਤਾ ਗੱਦੀ ਦੇ ਬਹਿਣ ਦੇ ਲਾਇਕ ਹਨ। ਇਹ ਤਾਂ ਹਜੂਰ ਦੀ ਵਡਿਆਈ ਹੈ, ਸੇਵਕ ਨੂੰ ਮਾਣ ਬਖਸ਼ਦੇ ਹਨ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਆਪ ਜੀਆਂ ਦੀ ਜੋਤੀ ਹਨ, ਆਪ ਜੀਆਂ ਦੇ ਪੁੱਤਰ ਜੀ। ਮਹਾਰਾਜ ਜੀ ਅਸੀਂ ਕੀ ਕਹਿ ਸਕਦੇ ਹਾਂ। ਉਸ ਸਮੇਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਹਨ, ਹਜੂਰ ਇਹ ਰਸਮ ਤਾਂ ਤੁਸੀਂ ਉਦੋਂ ਕਰਦੇ ਹੋ ਜਿਸ ਸਮੇਂ ਆਪ ਜੀਆਂ ਨੇ ਜੋਤੀ ਜੋਤ ਸਮਾਉਣਾ ਹੋਵੇ। ਉਸ ਸਮੇਂ ਹਜੂਰ ਨੇ ਕਿਹਾ ਸੀ, ਬਾਬਾ ਬੁੱਢਾ ਜੀ ਆਪ ਸਭ ਜਾਣਦੇ ਹੋ ਕਿਸ ਤਰ੍ਹਾਂ। ਸਾਧ ਸੰਗਤ ਜੀ ਫਿਰ ਹਜੂਰ ਜਿਸ ਸਮੇਂ ਲਾਹੌਰ ਨੂੰ ਤੁਰਨ ਦਾ ਪਿਆਨਾ ਕਰਨ ਦਾ ਭਾਵ ਚਾਲੇ ਮਾਰਨ ਦੀ ਤਿਆਰੀ ਕਰਦੇ ਹਨ, ਉਸੇ ਰਾਤ ਮਾਤਾ ਗੰਗਾ ਜੀ ਹੱਥ ਜੋੜ ਕੇ ਕਹਿੰਦੇ ਹਨ, ਜਿਸ ਸਮੇਂ ਮਾਤਾ ਗੰਗਾ ਜੀਆਂ ਨੂੰ ਪਤਾ ਲੱਗਦਾ ਹੈ ਕਿ ਹਜੂਰ ਸਾਨੂੰ ਕਿਹਦੇ ਆਸਰੇ ਛੱਡ ਚੱਲੇ ਹੋ, ਪੁੱਤਰ ਵੀ ਮਹਾਰਾਜ ਜੀ ਹਜੇ ਛੋਟਾ ਹੈ, ਆਸੇ ਪਾਸੇ ਜੋ ਸ਼ਰੀਕ ਹਨ ਉਹ ਵੀ ਦੁਸ਼ਮਣ ਹਨ। ਕਿਉਂਕਿ ਸਾਧ ਸੰਗਤ ਜੀ ਇਹ ਜੋ ਪ੍ਰਿਥੀ ਚੰਦ ਸੀ, ਇਹ ਚਾਹੁੰਦਾ ਸੀ ਮੈਂ ਆਪ ਗੁਰਤਾ ਗੱਦੀ ਤੇ ਬੈਠਾਂ। ਫਿਰ ਹਜੂਰ ਦੇ ਜਿਸ ਸਮੇਂ ਤੱਕਿਆ ਕਈ ਸਾਲ, ਜਿਸ ਤਰ੍ਹਾਂ ਹਜੂਰ ਦੇ ਘਰ ਵਿੱਚ ਕਿਸੇ ਮਹਾਰਾਜ ਜੀਆਂ ਦੇ ਘਰ ਵਿੱਚ ਕਿਸੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਅਵਤਾਰ ਨਾ ਸੀ ਹਜੇ ਹੋਇਆ। ਇਹ ਦੇਖਦਾ ਸੀ ਕਿ ਇਹ ਗੱਦੀ ਤੇ ਹੁਣ ਮੇਰਾ ਪੁੱਤਰ ਬੈਠੇਗਾ ਜੇ ਮੈਂ ਨਹੀਂ ਬੈਠ ਸਕਿਆ। ਉਸ ਸਮੇਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਿਸ ਸਮੇਂ ਇਸ ਨੇ ਭਾਵ ਮਰਾਉਣ ਵਾਸਤੇ ਸਾਧ ਸੰਗਤ ਜੀ ਕਈ ਵਾਰਾਂ ਸਪੇਰੇ ਭੇਜੇ, ਦਾਈ ਭੇਜੀ ਜਿਸ ਦੇ ਅਸਥਨਾਂ ਨੂੰ ਜ਼ਹਿਰ ਲਾ ਕੇ ਇਸ ਨੇ ਭੇਜਿਆ। ਫਿਰ ਸਾਧ ਸੰਗਤ ਜੀ ਇੱਕ ਸੇਵਕ ਦੁੱਧ ਦੇ ਵਿੱਚ ਜਿਸ ਤਰ੍ਹਾਂ ਜ਼ਹਿਰ ਮਿਲਾ ਕੇ ਪਵਾ ਰਿਹਾ ਸੀ ਹਜੂਰ ਨੂੰ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੀਕ ਮਾਰਦੇ ਹਨ। ਉਸ ਸਮੇਂ ਉਸ ਨੂੰ ਪਕੜ ਕੇ ਮਹਾਰਾਜ ਜੀਆਂ ਨੇ ਜਿਸ ਸਮੇਂ ਉਹ ਦੁੱਧ ਹਜੂਰ ਦੇ ਪਾਸ ਪਿਸਤਾ ਕੁੱਤਾ ਰਹਿੰਦਾ ਸੀ, ਹਜੂਰ ਨੇ ਉਸ ਨੂੰ ਜਿਸ ਸਮੇਂ ਛਕਾਉਣ ਲਈ ਆਖਿਆ, ਉਹ ਸੁੰਘ ਕੇ ਪਿੱਛੇ ਮੁੜ ਜਾਂਦਾ ਹੈ। ਉਸ ਸਮੇਂ ਹਜੂਰ ਨੇ ਕਿਹਾ, ਪਿਸਤਿਆ ਸਾਨੂੰ ਪਤਾ ਹੈ ਇਸ ਵਿੱਚ ਜ਼ਹਿਰ ਹੈ, ਪਰ ਤੂੰ ਛਕ ਜਾ, ਕਲਿਆਣ ਹੋ ਜਾਵੇਗੀ ਤੇਰੀ ਇਸ ਜੂਨੀ ਚੋਂ। ਮਹਾਰਾਜ ਜੀ ਕਹਿੰਦੇ ਹਨ ਇਹਨਾਂ ਦਾ ਪਾਜ ਉਜੜ ਜਾਏਗਾ। ਉਸ ਸਮੇਂ ਹਜੂਰ ਨੇ ਦਿਖਾ ਦਿੱਤਾ ਸੀ ਉਸ ਨੂੰ, ਫਿਰ ਦੱਸਿਆ ਕਿ ਸਾਨੂੰ ਪ੍ਰਿਥੀ ਚੰਦ ਨੇ ਭੇਜਿਆ ਹੈ। ਇਹ ਪ੍ਰਿਥੀ ਚੰਦ ਵੀ ਸਾਧ ਸੰਗਤ ਜੀ ਚੰਦੂ ਨਾਲ ਜਾ ਰਲਿਆ ਸੀ। ਇਹ ਸਭ ਕਾਰਨ ਜਿਸ ਕਰਕੇ ਫਿਰ ਹਜੂਰ ਨੇ ਸਾਧ ਸੰਗਤ ਜੀ ਪਹਿਲਾਂ ਹੀ ਕਹਿ ਗਏ ਸੀ, ਆਉਣ ਵਾਲੇ ਸਮੇਂ ਦਾ ਹਜੂਰ ਨੂੰ ਪਤਾ ਸੀ। ਮਹਾਰਾਜ ਜੀ ਕਹਿ ਗਏ ਸੀ, ਹੁਣ ਤਾਂ ਤੁਹਾਨੂੰ ਕੋਈ ਕਾਰਨ ਨਹੀਂ ਦਿਖ ਰਹੇ, ਪਰ ਜਾਂਦਿਆਂ ਹੀ ਸਾਡੀ ਸ਼ਹਾਦਤ ਦੇ ਕਾਰਨ ਦਿਖਣਗੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਮਹਾਰਾਜ ਜੀ ਲਾਹੌਰ ਦੀ ਧਰਤੀ ਨੂੰ ਸਭ ਨੂੰ ਧੀਰਜ ਦੇ ਕੇ ਜਾਂਦੇ ਹਨ। ਸਭ ਸੰਗਤਾਂ ਬਾਹਰ ਤੀਕਰ ਛੱਡਣ ਆਉਂਦੀਆਂ ਹਨ। ਹਜੂਰ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਉਪਦੇਸ਼ ਦਿੰਦੇ ਹਨ, ਮਹਾਰਾਜ ਜੀਆਂ ਨੇ ਦੱਸਿਆ ਅੰਮ੍ਰਿਤ ਦੀ ਦਾਤ ਸਭ ਨੂੰ ਭਾਵ ਅੰਮ੍ਰਿਤ ਗੁਰਬਾਣੀ ਦੇ ਪ੍ਰਵਾਹ ਚਲਾਉਣੇ। ਬਾਬਾ ਬੁੱਢਾ ਸਾਹਿਬ ਜੀਆਂ ਦੀ ਗੱਲ ਕਦੇ ਨਾ ਤੁਸੀਂ ਟੋਕਣੀ, ਉਹਨਾਂ ਦਾ ਅਦਬ ਰੱਖਣਾ। ਇਸੇ ਕਰਕੇ ਇਤਿਹਾਸ ਜ਼ਿਕਰ ਕਰਦਾ ਹੈ, ਜਿਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੀਵਾਨ ਵਿੱਚ ਆਇਆ ਕਰਦੇ ਸੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਖਤ ਛੱਡ ਕੇ ਖੜੇ ਹੋ ਜਾਇਆ ਕਰਦੇ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਮਾਤਾ ਗੰਗਾ ਜੀਆਂ ਨੂੰ ਧੀਰਜ ਦਿੰਦੇ ਹੋਏ ਹਜੂਰ ਨੇ ਕਿਹਾ ਸੀ, ਜਿਹੜੇ ਪੁੱਤਰ ਨੂੰ ਤੁਸੀਂ ਛੋਟਾ ਸਮਝ ਰਹੇ ਹੋ, ਐਸਾ ਪ੍ਰਤਾਪ ਹੋਏਗਾ ਇਹਨਾਂ ਦਾ, ਜ਼ਾਲਮ ਇਹਨਾਂ ਨੂੰ ਦੇਖ ਕੇ ਥੜ ਥੜ ਕੰਬਣਗੇ। ਇਹਨਾਂ ਦੀ ਤੇਗ ਦੀ ਧਾਰ ਦੇ ਮੂਹਰੇ ਕੋਈ ਨਹੀਂ ਖੜ ਸਕੇਗਾ।
ਮਾਨੋ ਕਿ ਵੀਰ ਰਸ ਨੇ ਹੀ ਅਵਤਾਰ ਧਾਰਨ ਕੀਤਾ ਹੈ। ਹਜੂਰ ਐਸੇ ਬਚਨ ਕਹਿ ਕੇ ਪਾਲਕੀ ਸਿੰਘਾਂ ਨੇ ਸਜਾਈ ਹੈ। 5 ਸਿੱਖ ਧੰਨ ਬਾਬਾ ਬਿਧੀ ਚੰਦ ਜੀ, ਧੰਨ ਭਾਈ ਪੈੜਾ ਜੀ, ਧੰਨ ਭਾਈ ਪ੍ਰਾਣਾ ਜੀ, ਧੰਨ ਭਾਈ ਲੰਗਾਹ ਜੀ ਇਤਿਆਦਿਕ ਸਾਧ ਸੰਗਤ ਜੀ 5 ਸਿੰਘ ਹਜੂਰ ਦੇ ਨਾਲ ਲਾਹੌਰ ਨੂੰ ਪਿਆਨਾ ਕਰਦੇ ਹਨ। ਜਿਸ ਸਮੇਂ ਮਹਾਰਾਜ ਜੀ ਲਾਹੌਰ ਪੁੱਜਦੇ ਹਨ, ਹਜੂਰ ਕੀ ਦੇਖਦੇ ਹਨ? ਸਭ ਤੋਂ ਪਹਿਲਾਂ ਸਭ ਅਮੀਰਾਂ ਵਜ਼ੀਰਾਂ ਦੇ ਘਰ ਛੱਡ ਕੇ ਭਾਈ ਸੱਧੂ ਜੀ, ਜੋ ਹਰ ਸਮੇਂ ਹਜੂਰ ਨੂੰ ਯਾਦ ਕਰਦਾ ਹੈ ਅਤੇ ਹਰ ਸਮੇਂ ਮੁਖ ਤੋਂ ਕੀ ਬਚਨ ਕਹਿੰਦੇ ਹਨ? ਦੀਨ ਅਹੋ ਮੈਂ ਦੀਨਨ ਦਿਆਲਾ। ਮਹਾਰਾਜ ਜੀ ਮੈਂ ਗਰੀਬ ਹਾਂ ਮਹਾਰਾਜ ਜੀ, ਪਰ ਮੈਂ ਸੁਣਿਆ ਹੈ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਪਿੱਖੋਂ ਭਗਤ ਕੇ ਭਾਓ ਬਸਾਲਾ। ਮਹਾਰਾਜ ਜੀ ਤੁਸੀਂ ਤਾਂ ਪ੍ਰੇਮ ਦੇਖਦੇ ਹੋ। ਪਹਿਲਾ ਸਾਧ ਸੰਗਤ ਜੀ ਪੜਾ ਹੀ ਲਾਹੌਰ ਵਿਖੇ ਜਾ ਕੇ ਭਾਈ ਸੱਧੂ ਜੀਆਂ ਦੇ ਘਰ ਵਿੱਚ ਹਜੂਰ ਕਰਦੇ ਹਨ। ਭਾਈ ਸੱਧੂ ਜੀ ਨਵੇਂ ਮੰਜੇ ਤੇ ਹਜੂਰ ਨੂੰ ਬਿਠਾਉਂਦੇ ਹਨ, ਕਿਉਂਕਿ ਵਿਸ਼ਵਾਸ ਹੈ ਭਾਈ ਸੱਧੂ ਜੀ ਹਰ ਸਮੇਂ ਤਿਆਰੀ ਰੱਖਦੇ ਸੀ, ਭਾਵੇਂ ਮੈਂ ਗਰੀਬ ਹਾਂ ਪਰ ਗਰੀਬ ਨਵਾਜ ਸਾਈਂ ਮੇਰੇ ਜ਼ਰੂਰ ਆਉਣਗੇ। ਜਿਸ ਸਮੇਂ ਭਾਈ ਸੱਧੂ ਜੀ ਤਰ੍ਹਾਂ ਤਰ੍ਹਾਂ ਦੀ ਸਾਧ ਸੰਗਤ ਜੀ ਪਿਆਣ ਜੋ ਖਾਣ ਵਾਸਤੇ ਭੋਜਨ ਤਿਆਰ ਕਰਦੇ ਹਨ। ਮਹਾਰਾਜ ਜੀਆਂ ਨੂੰ ਕਿਹੜਾ ਖਾਣ ਪੀਣ ਨਾਲ ਸੀ? ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਕਹਿੰਦੇ ਹਨ, ਸੱਧੂ ਮਾਣ ਰਾਖਵੇ ਕਾਰਨ। ਭਾਈ ਸੱਧੂ ਜੀਆਂ ਦਾ ਮਾਣ ਰੱਖਣ ਕਾਰਨ ਮਹਾਰਾਜ ਜੀ ਸਵਾਦ ਸਰਾਹਤ ਭਲੇ ਆਹਾਰਨ। ਮਹਾਰਾਜ ਜੀ ਕਹਿੰਦੇ ਹਨ, ਭਾਈ ਸੱਧੂ ਬੜਾ ਸੁੰਦਰ ਭੋਜਨ ਬਣਾਇਆ ਹੈ। ਇਹ ਜੋ ਪ੍ਰੇਮ ਦਾ ਭੋਜਨ ਮਹਾਰਾਜ ਜੀ ਛਕਦੇ ਹਨ, ਉਸ ਸਮੇਂ ਲਾਹੌਰ ਵਿਖੇ ਜੋ ਸਿੱਖਾਂ ਨੂੰ ਪਤਾ ਲੱਗਾ, ਕਿਸੇ ਨੂੰ ਪਤਾ ਨਾ ਲੱਗੇ ਭਾਈ ਸੱਧੂ ਕੌਣ ਹੈ, ਕਿਉਂਕਿ ਗਰੀਬ ਸਿੱਖ ਸੀ। ਪਰ ਜਿਸ ਸਮੇਂ ਹਜੂਰ ਤੁਰ ਕੇ ਗਏ ਉਸ ਦੇ ਘਰ, ਸਭ ਨੂੰ ਅੱਜ ਪਤਾ ਲੱਗ ਗਿਆ ਹੈ ਕਿ ਲਾਹੌਰ ਵਿਖੇ ਭਾਈ ਸੱਧੂ ਜੀਆਂ ਦੇ ਘਰੇ ਹਜੂਰ ਨੇ ਜਿਸ ਤਰ੍ਹਾਂ ਪੜਾਅ ਕੀਤਾ ਹੈ। ਅੰਮ੍ਰਿਤ ਵੇਲਾ ਹੁੰਦਾ ਹੈ, ਹਜੂਰ ਜਿਸ ਤਰ੍ਹਾਂ ਸਾਧ ਸੰਗਤ ਜੀ ਰਾਵੀ ਦੇ ਕਿਨਾਰੇ ਜਾਂਦੇ ਹਨ, ਉਧਰੋਂ ਚੰਦੂ ਦੇਖ ਕੇ ਸੜ ਬਲ ਜਾਂਦਾ ਹੈ। ਲਾਹੌਰ ਦੇ ਨਾਲ ਭਾਵ ਲਾਹੌਰ ਦੇ ਗੁਰਸਿੱਖ ਹਜੂਰ ਨਾਲ ਇੰਨਾ ਪ੍ਰੇਮ ਕਰਦੇ ਨੇ, ਜਿੱਥੋਂ ਹਜੂਰ ਲੰਘਦੇ ਸੀ ਮਾਨੋ ਕਿ ਜਿਸ ਤਰ੍ਹਾਂ ਦਰਿਆ ਦਾ ਹੜ੍ਹ ਆਉਂਦਾ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਸਭ ਸਿੱਖ ਹਜੂਰ ਨੂੰ ਜਦੋਂ ਤੱਕਦੇ ਸੀ, ਆਪ ਮੁਹਾਰੇ ਉਹਨਾਂ ਦੇ ਸੀਸ ਝੁਕ ਜਾਂਦੇ ਸੀ। ਹਜੂਰ ਦੇ ਸ਼ਰਵਣਾ ਵਿੱਚ ਵੀ ਸ਼ਬਦ ਪੈਂਦੇ ਸੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕੰਮ ਕਰਦੇ ਗੁਰਸਿੱਖ ਛੱਡ ਕੇ ਹਜੂਰ ਦੇ ਦਰਸ਼ਨਾਂ ਵੱਲ ਆਉਂਦੇ ਸੀ। ਚੰਦੂ ਨੇ ਜਿਸ ਸਮੇਂ ਵੇਖਿਆ ਇਹ ਕੌਣ ਹਨ, ਕਿਉਂਕਿ ਪਹਿਲਾਂ ਹਜੂਰ ਦੇ ਕਦੇ ਦਰਸ਼ਨ ਨਾ ਸੀ ਕੀਤੇ, ਕਹਿੰਦਾ ਹੈ ਬੜਾ ਸੁੱਖ ਮਿਲਦਾ ਹੈ ਇਹਨਾਂ ਦੇ ਦਰਸ਼ਨ ਕਰਕੇ। ਪਰ ਸਾਧ ਸੰਗਤ ਜੀ ਜਦੋਂ ਅਹਿਦੀਆ ਕੋਲ ਭੇਜਿਆ, ਇਹਦੇ ਮਨ 'ਚ ਖਿਆਲ ਸੀ ਕਿਸੇ ਦੇਸ਼ ਦਾ ਵੱਡਾ ਬਾਦਸ਼ਾਹ ਹੋਵੇਗਾ ਕਿ ਇੰਨੀ ਭਾਵ ਸੰਗਤ ਇਸ ਦੇ ਨਾਲ ਹੈ। ਪਤਾ ਲੱਗਾ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਉੱਥੇ ਹੀ ਸੜ ਬਲ ਗਿਆ। ਜਹਾਂਗੀਰ ਪਾਸ ਜਾ ਕੇ ਕਹਿੰਦਾ ਹੈ, ਇਹ ਚੰਦੂ ਕਹਿੰਦਾ ਹੈ, ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਆਏ ਹਨ, ਤੁਹਾਨੂੰ ਮਿਲੇ ਵੀ ਨਹੀਂ, ਉਤੋਂ ਉਹਨਾਂ ਕੁਝ ਟੈਕਸ ਵੀ ਨਹੀਂ ਪੇ ਕੀਤਾ ਤੇ ਖੁਸਰੋ ਨੂੰ ਵੀ ਉਹਨਾਂ ਪਨਾਹ ਦਿੱਤੀ ਸੀ। ਇੰਨੀ ਭਾਵ ਸੰਗਤ ਪ੍ਰੇਮ ਕਰਦੀ ਹੈ, ਇੰਨੇ ਇਹਨਾਂ ਨੂੰ ਪਦਾਰਥ ਚੜ੍ਹਦੇ ਹਨ, 2 ਲੱਖ ਉਹਨਾਂ ਲਈ ਕੀ ਔਖਾ ਹੈ। ਜਹਾਂਗੀਰ ਦੇ ਇਹ ਕੰਨ ਭਰਦਾ ਹੈ। ਨਾਲ ਹੀ ਸਾਧ ਸੰਗਤ ਜੀ ਇਸ ਨੇ ਸਾਰਾ ਉਸ ਦਾ ਦੀਵਾਨ ਉਹ ਖਰੀਦ ਛੱਡਿਆ ਸੀ। ਜਿਸ ਸਮੇਂ ਜਹਾਂਗੀਰ ਕਹਿੰਦਾ ਹੈ ਕੋਈ ਨਾ, ਜੇ ਨਾ ਆਉਣਗੇ ਫਿਰ ਆਪਾਂ ਅੱਗੇ ਪੈਰਵਾਈ ਕਰਾਂਗੇ। ਉੱਥੇ 2 ਕੋਲ ਖੜੇ ਅਹਿਦੀਏ ਜੋ ਇਸ ਨੇ ਖਰੀਦੇ ਸੀ, ਉਹਨਾਂ ਵੀ ਕਿਹਾ ਆਪਾਂ ਇੱਕ ਵਾਰੀ ਹਜੂਰ ਨੂੰ ਸੱਦਦੇ ਹਾਂ। ਸੱਦਣ ਵਿੱਚ ਕੀ ਹੈ, ਆਪਾਂ ਭਾਵ ਗੁਰੂ ਘਰ ਦਾ ਉਪਦੇਸ਼ ਉਹਨਾਂ ਤੋਂ ਪੁੱਛਾਂਗੇ। ਉਸ ਸਮੇਂ ਸਾਧ ਸੰਗਤ ਜੀ ਵਜ਼ੀਰ ਖਾਂ ਨੂੰ ਜਿਸ ਤਰ੍ਹਾਂ ਭੇਜਿਆ ਗਿਆ ਹੈ, ਵਜ਼ੀਰ ਖਾਂ ਜਿਸ ਨੂੰ ਜਲੋਦਰ ਦਾ ਰੋਗ ਸੀ, ਮਹਾਰਾਜ ਜੀਆਂ ਦੇ ਘਰ ਤੋਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਇਸ ਨੂੰ ਤਾਮਗਾ ਮਾਰ ਕੇ ਇਸ ਦਾ ਜਲੋਦਰ ਦਾ ਰੋਗ ਠੀਕ ਕੀਤਾ ਸੀ, ਤੜਫਦਾ ਸੀ। ਫਿਰ ਸੁਖਮਣੀ ਸਾਹਿਬ ਜੀਆਂ ਦੀ ਜਿਵੇਂ ਜਿਵੇਂ ਇਹ ਬਾਣੀ ਸੁਣਦਾ ਸੀ, ਇਸ ਨੇ ਕੰਠ ਕਰ ਰੱਖੀ ਸੀ, ਸ਼ਾਂਤੀ ਮਿਲਦੀ ਸੀ। ਹਜੂਰ ਪਾਸ ਆ ਕੇ ਕਹਿੰਦਾ ਹੈ, ਮਹਾਰਾਜ ਜੀ ਚੰਦੂ ਬਹੁਤ ਆਪ ਨਾਲ ਈਰਖਾ ਕਰਦਾ ਹੈ, ਹੁਣ ਆਪ ਜੀਆਂ ਨੂੰ ਦੀਵਾਨ ਵਿੱਚ ਸੱਦਿਆ ਹੈ। ਜਿਸ ਸਮੇਂ ਹਜੂਰ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚਦੇ ਹਨ, ਜਹਾਂਗੀਰ ਨੂੰ ਪਤਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗੱਦੀ ਦੇ ਮਾਲਕ ਆ ਰਹੇ ਹਨ। ਆਪਣੇ ਤੋਂ ਉੱਚਾ ਤਖਤ ਹਜੂਰ ਵਾਸਤੇ ਜਿਸ ਸਮੇਂ ਲੱਗਿਆ ਦੇਖਿਆ,
ਚੰਦੂ ਹੋਰ ਸਾਧ ਸੰਗਤ ਜੀ ਮਨ ਵਿੱਚ ਸੜਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਸਮੇਂ ਜਹਾਂਗੀਰ ਨੇ ਪੁੱਛਿਆ ਸੀ ਕਿ ਹਿੰਦੂ ਹਨ ਤੇ ਜੋ ਮੁਸਲਮਾਨ ਹਨ, ਇਹਨਾਂ ਦੇ ਵਿੱਚੋਂ ਕੌਣ ਵੱਡਾ ਹੈ, ਭਾਵ ਆਪਸ ਵਿੱਚ ਝਗੜੇ ਕਰਦੇ ਹਨ, ਸੱਚਾ ਕੌਣ ਹੈ। ਇਸੇ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਨੂੰ ਜਿਸ ਸਮੇਂ ਪੁੱਛਿਆ, ਹਜੂਰ ਨੇ ਦੱਸਿਆ ਸੀ ਜਿਸ ਸਮੇਂ ਬਹਾਦਰ ਸ਼ਾਹ ਨੇ ਪੁੱਛਿਆ, ਮਹਾਰਾਜ ਜੀ ਤੁਹਾਡਾ ਪੰਥ ਵੱਡਾ ਹੈ ਕਿ ਸਾਡਾ? ਹਜੂਰ ਨੇ ਕਿਹਾ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਭਾਵ ਮਹਾਰਾਜ ਜੀ ਸਾਧ ਸੰਗਤ ਜੀ ਉਸ ਸਮੇਂ ਜਿਸ ਤਰ੍ਹਾਂ ਹਜੂਰ ਨੇ ਰਾਮ ਕਲੀ ਮਹੱਲਾ ਪੰਜਵਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ, ਐਸੇ ਬਚਨ ਮਹਾਰਾਜ ਜੀਆਂ ਨੇ ਉਚਾਰੇ। ਸਭ ਨੂੰ ਸਾਧ ਸੰਗਤ ਜੀ ਹਜੂਰ ਨੇ ਉੱਤਰ ਦੇ ਕੇ ਜਿਸ ਤਰ੍ਹਾਂ ਨਿਹਾਲ ਕੀਤਾ। ਹਜੂਰ ਨੇ ਬਚਨ ਕਹੇ ਸੀ, ਸਾਡੇ ਪੰਥ ਵਿੱਚ ਇੱਕ ਤਾਂ ਹੁਕਮ ਮਹਾਰਾਜ ਜੀਆਂ ਦਾ ਜੋ ਮੰਨਦਾ ਹੈ, ਸਿਮਰਨ ਕਰਦਾ ਹੈ, ਤਨ ਨੂੰ ਤਿਆਗਦਾ ਹੈ, ਭਾਵ ਹਉਮੈ ਛੱਡਦਾ ਹੈ, ਉਸ ਨੂੰ ਬ੍ਰਹਮ ਗਿਆਨ ਦਾ ਭਾਵ ਪ੍ਰਸ਼ਾਦ ਮਿਲਦਾ ਹੈ। ਐਸੇ ਬਚਨ ਸੁਣਾ ਕੇ ਜਿਸ ਸਮੇਂ ਸਾਧ ਸੰਗਤ ਜੀ ਸੰਧਿਆ ਦਾ ਸਮਾਂ ਹੁੰਦਾ ਹੈ, ਮਹਾਰਾਜ ਜੀ ਉਸ ਸਮੇਂ ਸਾਧ ਸੰਗਤ ਜੀ ਜਿਸ ਸਮੇਂ ਜਹਾਂਗੀਰ ਵੀ ਤੁਰਨ ਲੱਗਦਾ ਹੈ, ਇਹ ਚੰਦੂ ਕਹਿੰਦਾ ਹੈ ਜਹਾਂਗੀਰ ਦੇ ਕੰਨ ਭਰਦਾ ਹੋਇਆ ਕਿ ਮੈਂ ਅੱਜ ਦੀ ਰਾਤ ਹਜੂਰ ਨੂੰ ਆਪਣੇ ਘਰੇ ਲੈ ਜਾਣਾ ਹਾਂ, ਇਹਨਾਂ ਤੋਂ ਮੈਂ ਟੈਕਸ ਵੀ ਲੈ ਲਵਾਂਗਾ, ਨਾਲੇ ਮੈਨੂੰ ਪਤਾ ਹੈ ਕਿਉਂਕਿ ਸਾਧ ਸੰਗਤ ਜੀ ਜੇ ਅੱਜ ਦੇਖਿਆ ਜਾਵੇ ਜੋ ਚੰਦੂ ਦੇ ਵਾਰਸ ਹਨ ਅੱਗੇ, ਉਹ ਕਹਿੰਦੇ ਹਨ ਸਾਡਾ ਕੋਈ ਕਸੂਰ ਨਹੀਂ, ਜਹਾਂਗੀਰ ਦਾ ਕਸੂਰ ਹੈ। ਜੋ ਜਹਾਂਗੀਰ ਦੇ ਗਾਂ ਵਾਰਸ ਨੇ ਉਹ ਕਹਿੰਦੇ ਨੇ ਸਾਡਾ ਨਹੀਂ, ਭਾਵ ਚੰਦੂ ਦਾ ਕਸੂਰ ਹੈ। ਸਾਧ ਸੰਗਤ ਜੀ ਕਸੂਰ ਤਾਂ ਦੋਵਾਂ ਦਾ ਹੀ ਹੈ। ਜਹਾਂਗੀਰ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਭਾਵ ਜੋ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਘਰ ਦੀ ਚੱਲਦੀ ਹੋਈ ਦੁਕਾਨ 3-4 ਪੀੜ੍ਹੀਆਂ ਤੋਂ ਮੈਂ ਇਸ ਨੂੰ ਖਤਮ ਕਰ ਦੇਣਾ ਚਾਹੁੰਦਾ ਸਾਂ, ਐਸੇ ਬਚਨ ਲਿਖੇ ਹਨ। ਸਾਫ਼ ਪਤਾ ਲੱਗਦਾ ਹੈ ਕਿ ਜਿਸ ਦੇ ਭਾਵ ਇਸ ਦੀ ਨੀਅਤ ਗੁਰੂ ਘਰ ਦੇ ਪ੍ਰਤੀ ਠੀਕ ਨਹੀਂ ਸੀ। ਫਿਰ ਉਧਰ ਚੰਦੂ ਜਿਸ ਦੀ ਨੱਕ ਵਿੱਚ ਨਕੇਲ ਧਰਮਵੀਰ ਸਤਿਗੁਰਾਂ ਨੇ ਪਾਈ ਸੀ। ਸਾਧ ਸੰਗਤ ਜੀ ਹਜੂਰ ਨੇ ਬਿਨਾਂ ਕਿਸੇ ਕਾਰਨ ਤੋਂ ਧਾਣੀ ਉਹਨੂੰ ਸਜ਼ਾ ਦਿੱਤੀ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਚੰਦੂ ਜਿਸ ਤਰ੍ਹਾਂ ਫਿਰ ਜਹਾਂਗੀਰ ਨੂੰ ਕਹਿੰਦਾ ਹੈ ਮੈਂ ਆਪਣੇ ਤਰੀਕੇ ਨਾਲ ਹਜੂਰ ਨੂੰ ਮਨਾਵਾਂਗਾ, ਤੇ ਸਾਧ ਸੰਗਤ ਜੀ ਆਪਣੇ ਘਰ ਲੈ ਆਉਂਦਾ ਹੈ। ਆਓ ਇਸ ਤੋਂ ਅੱਗੇ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਮਹਾਰਾਜ ਜੀ ਜਿਸ ਤਰ੍ਹਾਂ ਪ੍ਰਾਪਤ ਕਰਦੇ ਹਨ, ਜੋਤੀ ਜੋਤ ਸਮਾਉਂਦੇ ਹਨ ਮਹਾਰਾਜ ਜੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਇਤਿਹਾਸ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜੋ ਇਹ ਕਥਾ ਸੁਣੈ ਧਰ ਧਿਆਨ, ਗੁਰ ਸਿੱਖੀ ਪ੍ਰਾਪਤ ਹਵੈ ਨਾਮ। ਜੋ ਇਸ ਕਥਾ ਨੂੰ ਬੜੇ ਧਿਆਨ ਤੇ ਪ੍ਰੇਮ ਸ਼ਰਧਾ ਨਾਲ ਜੋ ਗੁਰਸਿੱਖ ਸੁਣੇਗਾ, ਉਸ ਨੂੰ ਗੁਰਸਿੱਖੀ ਦੀ ਨਾਲ ਨਾਲ ਨਾਮ ਦੀ ਪ੍ਰਾਪਤੀ ਹੋਵੇਗੀ। ਆਓ ਸਾਧ ਸੰਗਤ ਜੀ ਧਰੀਏ ਹਜੂਰ ਦੇ ਚਰਣਾ ਕਮਲਾਂ ਦਾ ਧਿਆਨ। ਉਹ ਲਾਲ ਖੂਹੀ ਜੋ ਚੰਦੂ ਦਾ ਘਰ ਹੈ, ਉਸ ਦੇ ਦਰਵਾਜ਼ੇ ਵਿੱਚ ਮਹਾਰਾਜ ਜੀਆਂ ਦੇ ਜੋ ਨਾਲ ਪੰਜ ਸਿੰਘ ਸੀ ਹਜੂਰ ਦੇ, ਉਹ ਸਾਧ ਸੰਗਤ ਜੀ ਉਹਨਾਂ ਸਿੱਖਾਂ ਨੂੰ ਡਿਉੜੀ ਤੇ ਬੰਨ ਰੱਖਿਆ ਹੈ। ਦਰਵਾਜ਼ਾ ਡਿਉੜੀ ਦਾ ਭੇੜ ਦਿੱਤਾ ਹੈ। ਹਜੂਰ ਅੰਦਰ ਚੰਦੂ ਦੇ ਘਰ ਵਿੱਚ ਹਨ। ਜਿਸ ਤਰ੍ਹਾਂ ਚੰਦੂ ਖੋਟੀ ਨੀਤੀ ਲੈ ਕੇ ਮਹਾਰਾਜ ਜੀਆਂ ਪਾਸ ਆਉਂਦਾ ਹੈ, ਉੱਥੋਂ ਇਤਿਹਾਸ ਆਪਾਂ ਮਹਾਰਾਜ ਜੀਆਂ ਦੀ ਕਿਰਪਾ ਨਾਲ ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਦੇਹੀ ਦਾ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੰਦੂ ਹਟਿਓ ਧੀਰ ਉਰ ਧਰ ਕੈ। ਚੰਦੂ ਸਾਧ ਸੰਗਤ ਜੀ ਫਿਰ ਜਹਾਂਗੀਰ ਪਾਸ ਜਦੋਂ ਕਿਹਾ ਤੁਸੀਂ ਵਿੱਚ ਕੋਈ ਬਿਆਨ ਨਾ ਦਿਆ ਜੇ, ਧੀਰਜ ਧਾਰ ਕੇ ਆਪਣੇ ਮਾੜੇ ਖੋਟੇ ਖਿਆਲ ਲੈ ਕੇ ਵਾਪਸ ਆਉਂਦਾ ਹੈ। ਦੁਸ਼ਟ ਪਨੇ ਮਹਿ ਚਿਤ ਕੋ ਧਰ ਕੈ। ਆਪਣੇ ਚਿੱਤ ਦੇ ਵਿੱਚ ਇਸ ਚੰਦੂ ਨੇ ਦੁਸ਼ਟਪੁਣਾ ਰੱਖਿਆ ਹੈ। ਕਹਿੰਦਾ ਹੈ ਹੁਣ ਦੇਖਦਾ ਹਾਂ ਮੈਂ ਕਿਵੇਂ ਨਹੀਂ ਮੰਨਦੇ। ਸਭਿਨ ਚੜਾਏ ਮੂੜ ਤਹਿ ਆਇਓ। ਸਾਧ ਸੰਗਤ ਜੀ ਜਹਾਂਗੀਰ ਨੂੰ ਚੜਾ ਕੇ ਇਹ ਮੂਰਖ ਚੰਦੂ ਵਾਪਸ ਆਪਣੀ ਹਵੇਲੀ ਵਿੱਚ ਜਿਸ ਤਰ੍ਹਾਂ ਆਉਂਦਾ ਹੈ। ਸਤਿਗੁਰ ਅਰਜਨ ਜਹ ਉਤਰਾਇਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿੱਥੇ ਉਤਰੇ ਬੈਠੇ ਹਨ,
ਭਾਵ ਹਜੂਰ ਜਿੱਥੇ ਸੱਜੇ ਹੋਏ ਹਨ। ਬੈਠਿਓ ਸਨਮੁਖ ਰਿਸ਼ਤੇ ਭਰਿਓ। ਸਨਮੁਖ ਬੈਠਾ ਹੈ ਹਜੂਰ ਦੇ, ਨੇਤਰਾ ਲਾਲ ਹੋਏ ਨੇ, ਬੜਾ ਗੁੱਸਾ ਕਰਕੇ ਚੰਦੂ ਬੈਠਾ ਹੈ। ਕਹਿਤ ਭਇਓ ਬਚ ਦੁਖ ਤੇ ਜਰਿਓ। ਬੜੇ ਦੁਖੀ ਹਿਰਦੇ ਦੇ ਨਾਲ ਐਸੇ ਬਚਨ ਮੁਖ ਤੋਂ ਕਹਿਣ ਲੱਗਾ ਹੈ ਜਿਹੜੇ ਪਾਪੀ ਤੋਂ ਜਰੇ ਨਹੀਂ ਸੀ ਜਾ ਰਹੇ। ਮੋਰ ਸੁਤਾ ਕੀ ਮੋਰ ਸਗਾਈ। ਕਹਿੰਦਾ ਹੈ ਮੇਰੀ ਪੁੱਤਰੀ ਦੀ ਆਪਨੇ ਸੁਗਾਈ ਮੋੜੀ ਸੀ। ਕਿਉਂ ਹੂੰ ਨਾ ਮਾਨੀ ਬਿਨੈ ਅਲਾਈ। ਕਹਿੰਦੇ ਹਨ ਇੰਨੀ ਵਾਰੀ ਆਪ ਜੀਆਂ ਦੇ ਪਾਸ ਬੇਨਤੀ ਵੀ ਭੇਜੀ ਸੀ, ਆਪ ਜੀਆਂ ਨੇ ਮੰਨੀ ਨਹੀਂ। ਆਪ ਸਾਧ ਸੰਗਤ ਜੀ ਜਿਸ ਤਰ੍ਹਾਂ ਸ਼ਰਵਣ ਕੀਤਾ ਹੈ, ਆਪਣੇ ਆਪ ਨੂੰ ਚੁਬਾਰਾ ਦੱਸਦਾ ਸੀ। ਗੁਰਸਿੱਖਾਂ ਨੇ ਪੱਤਰ ਲਿਖਿਆ ਸੀ, ਮਹਾਰਾਜ ਜੀ ਇਸ ਹੰਕਾਰੀ ਦਾ ਤੁਸੀਂ ਰਿਸ਼ਤਾ ਨਾ ਪ੍ਰਵਾਨ ਕਰਨਾ। ਹਜੂਰ ਜਿਸ ਤਰ੍ਹਾਂ ਅੱਗੇ ਬਚਨ ਆਉਂਦੇ ਹਨ। ਭੇਜੇ ਦੋਏ ਬਾਰ ਪੁਰ ਲਾਗੀ। ਕਹਿੰਦਾ ਹੈ ਚੰਦੂ ਆਪ ਜੀਆਂ ਦੇ ਪਾਸ ਮੈਂ 2 ਵਾਰੀ ਲਾਗੀ ਭੇਜਣਾ ਕੀਤੇ ਨੇ। ਅਤ ਚਿੰਤਾ ਚਿਤ ਹਮਰੇ ਲਾਗੀ। ਕਹਿੰਦਾ ਹੈ ਮੇਰੇ ਚਿੱਤ ਦੇ ਵਿੱਚ ਬੜੀ ਚਿੰਤਾ ਲੱਗੀ ਹੋਈ ਹੈ। ਲੈਨ ਸਾਕ ਕੋ ਰਹਿਓ ਕਿਥਾਈ। ਕਹਿੰਦਾ ਹੈ ਸਾਕ ਲੈਣਾ ਤਾਂ ਇੱਕ ਥਾਂ ਰਹਿ ਗਿਆ ਸੀ। ਹਾਂਜੀ। ਦਈ ਮੋਹੇ ਕੂਕਰ ਸਮਤਾਈ। ਕਹਿੰਦਾ ਹੈ ਸਾਕ ਤਾਂ ਲੈਣਾ ਇੱਕ ਥਾਂ ਰਹਿ ਗਿਆ, ਮੈਨੂੰ ਤੁਸੀਂ ਕੁੱਤਾ ਕਿਹਾ ਹੈ। ਇਹ ਸਾਧ ਸੰਗਤ ਜੀ ਹਜੂਰ ਨੇ ਨਹੀਂ ਸੀ ਕਿਹਾ, ਉਸ ਸਮੇਂ ਸੰਗਤ ਵਿੱਚੋਂ ਕਿਸੇ ਗੁਰਸਿੱਖ ਨੇ ਕਿਹਾ ਸੀ ਇਸ ਕੂਕਰ ਦਾ ਸਾਕ ਨਹੀਂ ਲੈਣਾ ਹਜੂਰ। ਉਸ ਸਮੇਂ ਹਜੂਰ ਨੂੰ ਕਹਿੰਦਾ ਹੈ ਇਹ ਜਹਾਂਗੀਰ ਡਰਾਵੇ ਦਿੰਦਾ, ਵਾਹਿਗੁਰੂ ਇਹ ਚੰਦੂ ਡਰਾਵੇ ਦਿੰਦਾ ਹੈ। ਕਹਿੰਦਾ ਹੈ ਸਾਕ ਲੈਣਾ ਤਾਂ ਇੱਕ ਬੰਨੇ, ਮੈਨੂੰ ਤੁਸੀਂ ਕੁੱਤਾ ਕਿਹਾ ਸੀ। ਅਬਲੋ ਕਛੂ ਨਾ ਬਿਗੜਿਓ ਸੁਪਨੇ। ਕਹਿੰਦਾ ਹੈ ਹਜੇ ਸੁਪਨੇ ਮਾਤਰ ਵੀ ਹਜੂਰ ਨੂੰ ਕਹਿੰਦਾ ਹੈ ਕੁਝ ਵੀ ਨਹੀਂ ਵਿਗੜਿਆ। ਨਾਤਾ ਲਿਹੋ ਜਾਹੋ ਕਰ ਆਪਣੇ। ਮੇਰੀ ਪੁੱਤਰੀ ਦਾ ਨਾਤਾ ਪ੍ਰਵਾਨ ਕਰ ਲਵੋ ਤੇ ਆਪਣੇ ਘਰ ਸੁਖੀ ਸਾਂਦੀ ਜਾਣਾ ਕਰੋ। ਨਤ ਕੂਕਰ ਭਾਖਿਓ ਜਿਮ ਜਬੈ। ਨਹੀਂ ਤਾਂ ਜਿਵੇਂ ਤੁਸੀਂ ਮੈਨੂੰ ਕੂਕਰ ਭਾਵ ਕੁੱਤਾ ਕਿਹਾ ਹੈ, ਲਗੋ ਗੈਲ ਕੂਕਰ ਹੋਏ ਅਬੈ। ਹੁਣ ਮੈਂ ਕੁੱਤਾ ਬਣ ਕੇ ਆਪ ਜੀਆਂ ਦੇ ਪਿੱਛੇ ਪੈ ਜਾਵਾਂਗਾ। ਦੇਹੋ ਜਵਾਬ ਮੈਂ ਕਹੋ ਉਪਾਏ। ਕਹਿੰਦਾ ਹੈ ਹਜੂਰ ਨੂੰ ਜਵਾਬ ਦਵੋ, ਮੈਂ ਕੋਈ ਫਿਰ ਉਪਾਏ ਸੋਚਾਂ ਅੱਗੇ ਦਾ। ਸੋਜ ਬਜਾ ਕੀ ਕਹਿ ਤੁਮ ਘਾਏ। ਕਹਿੰਦਾ ਹੈ ਜਾਂ ਤਾਂ ਮੈਂ ਵਿਆਹ ਦੀਆਂ ਤਿਆਰੀਆਂ ਕਰਾਂ ਤੇ ਜਾਂ ਤਾਂ ਫਿਰ ਤੁਹਾਨੂੰ ਮਾਰਨ ਦੀਆਂ। ਨਿਰਪੈ ਬਾਕ ਤਬ ਸਤਿਗੁਰ ਭਾਖਾ। ਉਸ ਸਮੇਂ ਸਾਧ ਸੰਗਤ ਜੀ ਨਿਰਭੈ ਬਿਨਾਂ ਕਿਸੇ ਭੈ ਤੋਂ ਆਪਣੇ ਮੁਖਾਰ ਬਿੰਦ ਤੋਂ ਹਜੂਰ ਨੇ ਬਚਨ ਉਚਾਰੇ ਹਨ। ਸੁਤਾ ਦੇਨ ਕੀ ਕਿਮ ਇਬਲਾਖਾ। ਮਹਾਰਾਜ ਜੀ ਕਹਿੰਦੇ ਹਨ ਹਜੇ ਵੀ ਤੂੰ ਆਪਣੇ ਪੁੱਤਰੀ ਦਾ ਰਿਸ਼ਤਾ ਦੇਣ ਬਾਬਤ ਸੋਚਦਾ ਹੈ। ਤੂੰ ਊਚੀ ਕੁਲ ਅਹੈ ਚੁਬਾਰਾ। ਮਹਾਰਾਜ ਜੀ ਫਿਰ ਨਿਮਰਤਾ ਦੇ ਘਰ ਵਿੱਚ ਆ ਕੇ ਕਹਿੰਦੇ ਹਨ ਚੰਦੂ ਤੂੰ ਤਾਂ ਉੱਚੀ ਕੁਲ ਦਾ ਹੈ, ਤੂੰ ਤਾਂ ਚਬਾਰਾ ਹੈ, ਅਸੀਂ ਤਾਂ ਗਰੀਬ ਹਾਂ। ਮਹਾਰਾਜ ਜੀ ਸਾਧ ਸੰਗਤ ਜੀ ਇਸ ਦੇ ਬਚਨ ਯਾਦ ਕਰਾਉਂਦੇ ਹਨ ਕਿ ਅਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਹਜੂਰ ਫਿਰ ਕਹਿੰਦੇ ਹਨ ਚੰਦੂ ਤੇਰਾ ਤੇ ਸਾਡਾ ਕੋਈ ਮੇਲ ਹੀ ਨਹੀਂ ਹੈਗਾ। ਹਮਕੋ ਮੋਰੀ ਸਰਸ ਉਚਾਰਾ। ਮਹਾਰਾਜ ਜੀ ਕਹਿੰਦੇ ਹਨ ਸਾਨੂੰ ਤੂੰ ਮੋਰੀ ਕਿਹਾ ਸੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਘਰ ਨੂੰ, ਪਰ ਵੇਖਿਆ ਜਾਵੇ ਸਾਧ ਸੰਗਤ ਜੀ ਵਾਕਈ ਚੰਦੂ ਦਾ ਤੇ ਗੁਰੂ ਸਾਹਿਬ ਦਾ ਕੋਈ ਮੇਲ ਹੀ ਨਹੀਂ ਹੈਗਾ। ਕਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਘਰ, ਕਿੱਥੇ ਕੁਝ ਭਾਵ ਕੁਝ ਦੁਨਿਆਵੀ ਰਾਜੇ ਦਾ ਦੀਵਾਨ। ਇਹ ਤਾਂ ਸਾਧ ਸੰਗਤ ਜੀ ਹਜੂਰ ਨਿਮਰਤਾ ਸਹਿਤ ਬਚਨ ਉਚਾਰਦੇ ਹਨ। ਮੋਰੀ ਮੇਲ ਸੁਮੋਰੀ ਧਾਰਾ। ਮਹਾਰਾਜ ਜੀ ਕਹਿੰਦੇ ਹਨ ਮੋਰੀ ਦਾ ਭਾਵ ਗਰੀਬਾਂ ਨੂੰ ਗਰੀਬਾਂ ਦੇ ਨਾਲ ਹੀ ਰਿਸ਼ਤੇ ਫੱਬਦੇ ਹਨ। ਉਸੇ ਸਮੇਂ ਸਾਧ ਸੰਗਤ ਜੀ ਜਿਵੇਂ ਆਪ ਜੀਆਂ ਨੇ ਸ਼ਰਵਣ ਕੀਤਾ ਹੈ, ਧੰਨ ਮਾਤਾ ਦਮੋਦਰੀ ਜੀ, ਧੰਨ ਮਾਤਾ ਮਰਵਾਹੀ ਜੀਆਂ ਦੇ ਪਿਤਾ ਜੀ, ਹਜੂਰ ਨੂੰ 2 ਰਿਸ਼ਤੇ ਉਸੇ ਸਮੇਂ ਹੋ ਗਏ ਸੀ। ਮਿਲੈ ਚੁਬਾਰੇ ਸੰਗ ਚੁਬਾਰਾ। ਮਹਾਰਾਜ ਜੀ ਕਹਿੰਦੇ ਹਨ ਚੁਬਾਰੇ ਨਾਲ ਚੁਬਾਰਾ ਹੀ ਸ਼ੋਭਦਾ ਹੈ, ਵੱਡਿਆਂ ਨੂੰ ਵੱਡੇ ਹੀ ਸ਼ੋਭਦੇ ਹਨ। ਤਬ ਵੀ ਕਹਿਓ ਅਬੈ ਕੀ ਕਹੈ। ਮਹਾਰਾਜ ਜੀ ਕਹਿੰਦੇ ਹਨ ਉਦੋਂ ਵੀ ਕਿਹਾ ਸੀ ਤੇ ਨਿਰਭੈ ਹੋ ਕੇ ਹਜੂਰ ਕਹਿੰਦੇ ਹਨ ਹੁਣ ਵੀ ਚੰਦੂ ਤੈਨੂੰ ਕਹਿੰਦੇ ਹਾਂ। ਸਮਸੋ ਮਿਲਨ ਭਲੋ ਸਭ ਲਹੈ। ਮਹਾਰਾਜ ਜੀ ਕਹਿੰਦੇ ਹਨ ਆਪਣੇ ਬਰੋਬਰ ਦਿਆਂ ਨਾਲ ਹੀ ਮਿਲਣਾ ਭਲਾ ਹੁੰਦਾ ਹੈ। ਇਹ ਹਜੂਰ ਸਾਧ ਸੰਗਤ ਜੀ ਬਾਝਾਂ ਵਾਲੇ ਪਿਤਾ ਜੀਆਂ ਨੇ ਵੀ ਸਿੱਖਿਆ ਦੜਾਈ ਹੈ। ਅੱਜ ਜੇ ਅਮੀਰ ਦੇਖ ਕੇ ਘਰ ਵਿੱਚ ਗੁਰਸਿੱਖੀ ਨਾ ਹੋਵੇ,
ਕਹਿੰਦੇ ਹਨ ਇੰਨੀ ਪੈਲੀ ਆਉਂਦੀ ਹੈ, ਮੁੰਡਾ ਇਹਦੇ ਨਾਲ ਰਿਸ਼ਤਾ ਕਰ ਦਿੰਦੇ ਹਾਂ। ਪਰ ਹਜੂਰ ਦੇ ਜਿਸ ਤਰ੍ਹਾਂ ਬਚਨ ਹਨ, ਗੁਰਸਿੱਖੀ ਨਾਲ ਭਾਵ ਗੁਰਸਿੱਖ ਦਾ ਰਿਸ਼ਤਾ ਕਰਨਾ ਚਾਹੀਦਾ ਹੈ। ਹਜੂਰ ਦੇ ਜੇ ਆਪਾਂ ਬਚਨ ਨਹੀਂ ਪਾਲਦੇ, ਆਪ ਹੀ ਸਾਧ ਸੰਗਤ ਜੀ ਆਪਾਂ ਨੂੰ ਫਿਰ ਉਹ ਸਹਿਣੇ ਪੈਂਦੇ ਹਨ। ਜਦੋਂ ਪੁੱਤਰ ਕਪੁੱਤਰ ਹੋ ਜਾਂਦਾ ਹੈ, ਹਜੂਰ ਕਹਿੰਦੇ ਹਨ ਬਰੋਬਰਦਿਆਂ ਨਾਲ ਹੀ ਰਿਸ਼ਤੇ ਸੋਭਿਆ ਕਰਦੇ ਨੇ ਚੰਦੂ। ਅੰਤਰ ਬਹੁਤ ਹਮਾਰਾ ਤੁਮਾਰਾ। ਮਹਾਰਾਜ ਜੀ ਕਹਿੰਦੇ ਹਨ ਬਹੁਤ ਅੰਤਰ ਏ ਸਾਡਾ ਤੇ ਤੇਰਾ। ਵਾਕਈ ਹਜੂਰ ਦਾ ਬੜਾ ਵੱਡਾ ਅੰਤਰ ਹੈ। ਕਿਤ ਮੋਰੀ ਕਿਤ ਹੋਤ ਚੁਬਾਰਾ। ਮਹਾਰਾਜ ਜੀ ਕਹਿੰਦੇ ਹਨ ਕਿੱਥੇ ਮੋਰੀ ਤੇ ਕਿੱਥੇ ਚੁਬਾਰਾ। ਕਹਿਓ ਨਾ ਕੂਕਰ ਜੇ ਤੈਂ ਲਹਿਓ। ਮਹਾਰਾਜ ਜੀ ਕਹਿੰਦੇ ਹਨ ਅਸੀਂ ਚੰਦੂ ਤੈਨੂੰ ਕੁੱਤਾ ਨਹੀਂ ਕਿਹਾ, ਪਰ ਜੇ ਤੂੰ ਮਨ ਵਿੱਚ ਸੋਚਦਾ ਹੈ ਕਿ ਅਸੀਂ ਤੈਨੂੰ ਕੁੱਤਾ ਕਿਹਾ ਹੈ। ਜੇ ਨਾ ਕਹਿਓ ਤੋ ਪੀ ਅਬ ਕਹਿਓ। ਮਹਾਰਾਜ ਜੀ ਕਹਿੰਦੇ ਹਨ ਜੇ ਨਹੀਂ ਨਾ ਕਿਹਾ ਤਾਂ ਇਹ ਸੋਚ ਫਿਰ ਅਸੀਂ ਹੁਣ ਕਹਿੰਦੇ ਹਾਂ। ਹਜੂਰ ਨੇ ਸਾਧ ਸੰਗਤ ਜੀ ਫਿਰ ਵੀ ਮੁਖਾਰ ਬਿੰਦ ਤੋਂ ਨਹੀਂ ਕਿਹਾ, ਕਿਉਂਕਿ ਮਿੱਠ ਬੋਲੜਾ ਜੀ ਹਰ ਸਮੇਂ ਹਜੂਰ ਸਦਾ ਮਿੱਠੇ ਬਚਨ ਹੀ ਬੋਲਦੇ ਹਨ। ਸਿੱਖ ਨੇ ਕਹਿਓ ਹਮੋ ਕਹਿਤ ਤਦਾ। ਮਹਾਰਾਜ ਜੀ ਨਿਰਭੈ ਹੋ ਕੇ ਕਹਿੰਦੇ ਨੇ ਜੇ ਚੰਦੂ ਸਾਡੇ ਕਿਸੇ ਸਿੱਖ ਨੇ ਕਿਹਾ ਹੈ ਤਾਂ ਇਹ ਮੰਨ ਲਾ ਫਿਰ ਅਸੀਂ ਹੀ ਕਿਹਾ ਹੈ। ਸਿੱਖ ਦੇ ਕਹੇ ਹੋਏ ਵਾਕ ਸਾਡੇ ਵਾਕ ਤੂੰ ਸਮਝ। ਸਿੱਖ ਹਮ ਏਕ ਰੂਪ ਹੈ ਸਦਾ। ਮਹਾਰਾਜ ਜੀ ਫਰਮਾਉਂਦੇ ਹਨ ਸਾਡੇ ਸਿੱਖ ਤੇ ਅਸੀਂ ਸਦਾ ਇੱਕ ਰੂਪ ਹੀ ਹਾਂ। ਸੁਨ ਮਨ ਜਰਿਓ ਜਰਿਓ ਨੈ ਬੈਣ। ਜਿਸ ਸਮੇਂ ਹਜੂਰ ਦੇ ਐਸੇ ਬਚਨ ਸੁਣੇ, ਮਨ ਕਰਕੇ ਚੰਦੂ ਸੜ ਗਿਆ ਤੇ ਹਜੂਰ ਦੇ ਬਚਨ ਇਸ ਤੋਂ ਜਰੇ ਨਾ ਗਏ। ਕਰੂਰ ਪਸਾਰੇ ਲਾਲ ਜਿਹ ਨੈਣ। ਬੜਾ ਗੁੱਸੇ ਨਾਲ ਹੋ ਕੇ ਅੱਖਾਂ ਲਾਲ ਕਰਕੇ ਬੜਾ ਕ੍ਰੋਧਵਾਨ ਹੋ ਗਿਆ ਹੈ ਚੰਦੂ। ਨਿਕਟ ਬੁਲਾਏ ਆਪਨ ਸਿਪਾਹੀ। ਆਪਣੇ ਸਿਪਾਹੀਆਂ ਨੂੰ ਲਾਗੇ ਬੁਲਾਉਂਦਾ ਹੈ। ਜਲ ਭੋਜਨ ਪਹੁੰਚਣ ਦੇਹ ਨਾਹੀ। ਕਹਿੰਦਾ ਹੈ ਇਹਨਾਂ ਨੂੰ ਨਾ ਹੀ ਕੋਈ ਜਲ ਤੇ ਨਾ ਹੀ ਭੋਜਨ ਪਹੁੰਚਣਾ ਚਾਹੀਦਾ ਹੈ। ਜਬ ਲਾਗਹਿਗੀ ਤ੍ਰਿਖਾ ਮਿਗਾਨੀ। ਜਦੋਂ ਇਹਨਾਂ ਨੂੰ ਤ੍ਰਿਖਾ ਲੱਗੇਗੀ, ਇੱਕ ਤਾਂ ਸਾਧ ਸੰਗਤ ਜੀ ਇਹ ਗਰਮੀਆਂ ਦੇ ਦਿਨ, ਉਤੋਂ ਹਜੂਰ ਨੂੰ ਇਸ ਨੇ ਕਿਹਾ ਹੈ ਨਾ ਹੀ ਹਜੂਰ ਨੂੰ ਕੋਈ ਜਲ ਭੇਜੇ ਨਾ ਹੀ ਕੋਈ ਖਾਣ ਵਾਸਤੇ। ਜਦੋਂ ਇਹਨਾਂ ਨੂੰ ਪਿਆਸ ਜਾਂ ਭੁੱਖ ਲੱਗੇਗੀ, ਦੇਗਿਨ ਲੱਖ ਦੇਹੋ ਤਬ ਪਾਣੀ। ਤਾਂ 1 ਲੱਖ ਕਹਿਓ ਕਿ ਪਹਿਲਾਂ 1 ਲੱਖ ਰੁਪਈਆ ਦੇਣ, ਫਿਰ ਤੁਹਾਨੂੰ ਪਾਣੀ ਦਵਾਂਗੇ। ਵਿਆਕੁਲ ਹੋਏ ਛੁਦਿਤ ਬਹੁ ਜਬੈ। ਜਿਸ ਸਮੇਂ ਵਿਆਕੁਲ ਹੋ ਜਾਣਗੇ, ਬੜੀ ਪਿਆਸ ਲੱਗੇਗੀ ਇਹਨਾਂ ਨੂੰ। ਲੇਹੋ ਲੱਖ ਦੇਹੋ ਭੋਜਨ ਤਬੈ। ਜੇ ਭੁੱਖ ਲੱਗੇ ਕੁਝ ਖਾਣ ਨੂੰ ਮੰਗਣ ਤਾਂ ਵੀ ਕਿਉ 1 ਲੱਖ ਰੁਪਈਆ ਪਹਿਲੋਂ ਦਵੋ, ਤਾਂ ਕੁਝ ਤੁਹਾਨੂੰ ਖਾਣ ਨੂੰ ਦਿੱਤਾ ਜਾਵੇਗਾ। ਨਿੰਦਰਾ ਤੇ ਜਬ ਸੁਪਤਨ ਚਾਹੈ। ਤੇ ਨਾ ਹੀ ਇਹਨਾਂ ਨੂੰ ਸੌਣ ਦਿੱਤਾ ਜਾਵੇ। ਜਿਸ ਸਮੇਂ ਸਿਪਾਹੀਆਂ ਨੂੰ ਤਾੜਦਾ ਹੋਇਆ ਤੇ ਹਜੂਰ ਨੂੰ ਸੁਣਾਉਂਦਾ ਹੋਇਆ ਕਹਿੰਦਾ ਹੈ ਜਿਸ ਸਮੇਂ ਕਹਿਣ ਸਾਨੂੰ ਨੀਂਦ ਆਈ ਹੈ। ਦੇਹ ਲੱਖ ਤੋ ਸੋਵਣ ਲਹੈ। ਕਹਿਣਾ 1 ਲੱਖ ਰੁਪਈਆ ਦਵੋ ਤਾਂ ਤੁਹਾਨੂੰ ਸੌਣ ਦਿੱਤਾ ਜਾਵੇਗਾ। ਇਸਕੇ ਮਨ ਮਹਿ ਅਤ ਅਹੰਕਾਰ। ਸਾਧ ਸੰਗਤ ਜੀ ਹਜੂਰ ਦੀ ਬਾਬਤ ਕਹਿੰਦਾ ਹੈ ਇਹਨਾਂ ਦੇ ਮਨ ਵਿੱਚ ਬੜਾ ਹੰਕਾਰ ਹੈ, ਪਰ ਇਹ ਤਾਂ ਸਾਧ ਸੰਗਤ ਜੀ ਧਰਮ ਵਿੱਚ ਦ੍ਰਿੜਤਾ ਹੈ ਮਹਾਰਾਜ ਜੀਆਂ ਦੀ। ਹਜੂਰ ਦੇ ਬਾਬਤ ਐਸੇ ਪਾਪੀ ਬਚਨ ਆਖਦਾ ਹੈ ਨਿਮਹਿ ਨਹੀਂ ਅਬ ਕਰੋ ਸੰਘਾਰ। ਕਹਿੰਦਾ ਹੈ ਝੁਕਦੇ ਨਹੀਂ ਹਨ ਮੇਰੇ ਅੱਗੇ। ਸਾਧ ਸੰਗਤ ਜੀ ਹੰਕਾਰੀ ਤਾਂ ਆਪ ਸੀ, ਜਿੰਦੇ ਅੱਗੇ ਸਾਰੀ ਦੁਨੀਆ ਝੁਕਦੀ ਸੀ। ਹਜੂਰ ਸਾਧ ਸੰਗਤ ਜੀ ਇਸ ਨੂੰ ਬੜਾ ਮਾਣ ਸੀ ਕਿ ਹਜੂਰ ਵੀ ਮੇਰੇ ਬਚਨ ਮੰਨਣ, ਸਾਰੇ ਸੰਸਾਰ ਦੇ ਰਾਜੇ ਮੇਰੇ ਅੱਗੇ ਝੁਕਦੇ ਨੇ। ਪਰ ਕਹਿੰਦਾ ਹੈ ਦੇਖਦਾ ਹਾਂ ਮੈਂ ਕਿਵੇਂ ਨਹੀਂ ਝੁਕਦੇ ਇਹਨਾਂ ਨੂੰ। ਭਾਵ ਸ਼ਿੰਗਾਰ ਕਹਿੰਦਾ ਹੈ ਮੌਤ ਦੇ ਘਾਟ ਉਤਾਰ ਦਵਾਂਗਾ। ਏਕ ਬਾਤ ਕੋ ਨਿਸ਼ਚੈ ਮਾਨ। ਕਹਿੰਦਾ ਹੈ ਇੱਕ ਗੱਲ ਤਾਂ ਨਿਸ਼ਚੈ ਵਾਚਕ ਹੋਵੇਗੀ। ਕਹਿ ਲਿਓ ਨਾਤਾ ਕਹਿ ਦਿਓ ਪ੍ਰਾਣ। ਜਾਂ ਤਾਂ ਮੇਰੀ ਪੁੱਤਰੀ ਦਾ ਨਾਤਾ ਪ੍ਰਵਾਨ ਕਰ ਲਵੋ, ਜਾਂ ਤਾਂ ਆਪਣੇ ਪ੍ਰਾਣ ਤਿਆਗ ਦੇਣਾ ਕਰਿਓ। ਸੁਣ ਸਤਿਗੁਰ ਤਬ ਬਾਕ ਅਲਾਵੈ। ਉਸ ਸਮੇਂ ਸਾਧ ਸੰਗਤ ਜੀ ਇਸ ਪਾਪੀ ਦੇ ਬਚਨ ਸੁਣ ਕੇ ਹਜੂਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਬਚਨ ਫਰਮਾਉਂਦੇ ਹਨ। ਅਬ ਤੇ ਸੁਪਣ ਨਾ ਪੀ ਨਾ ਖਾਵੈ। ਮਹਾਰਾਜ ਜੀ ਕਹਿੰਦੇ ਹਨ ਚੰਦੂ ਇਹਨਾਂ ਸਿਪਾਹੀਆਂ ਦੀ ਲੋੜ ਨਹੀਂ ਹੈ। ਅਸੀਂ ਆਪ ਹੀ ਹੁਣ ਤੋਂ ਤੇਰੇ ਘਰ ਦਾ ਨਾ ਹੀ ਕੋਈ ਪਦਾਰਥ ਖਾਵਾਂਗੇ,
ਨਾ ਹੀ ਤੇਰੇ ਘਰ ਦਾ ਜਲ ਛਕਾਂਗੇ। ਬੈਠੇ ਰਹਿ ਏਕ ਹੀ ਥਾਂ। ਮਹਾਰਾਜ ਜੀ ਕਹਿੰਦੇ ਹਨ ਇੱਕ ਥਾਂ ਤੇ ਬੈਠੇ ਰਵਾਂਗੇ। ਹਜੂਰ ਨੇ ਸਾਧ ਸੰਗਤ ਜੀ ਚੰਦੂ ਨੂੰ ਕਹਿੰਦੇ ਹਨ ਤੇਰੇ ਸਿਪਾਹੀਆਂ ਦੀ ਲੋੜ ਨਹੀਂ, ਆਪ ਹੀ ਅਸੀਂ ਨਹੀਂ ਸੌਵਾਂਗੇ। ਕਰਿਓ ਜਥਾ ਕਰੀਬੇ ਮਨ ਜਾਣ। ਮਹਾਰਾਜ ਜੀਆਂ ਨੇ ਕਿਹਾ ਜਿੱਦਾਂ ਤੇਰੇ ਮਨ ਭਾਉਂਦੀਆਂ ਆਉਂਦੀਆਂ ਹਨ ਤੂੰ ਆਪਣੇ ਵਾਹ ਲਾ ਕੇ ਵੇਖ ਲਾ। ਅਪਰ ਕਠੋਰ ਸੁਦੁਸ਼ਟ ਬਖਾਨਾ। ਉਸੇ ਸਮੇਂ ਸਾਧ ਸੰਗਤ ਜੀ ਉਹ ਦੁਸ਼ਟ ਬੜੇ ਕਠੋਰ ਬਚਨ ਹਜੂਰ ਨੂੰ ਬੋਲਦਾ ਹੈ। ਕਰੇ ਸਿਪਾਹੀ ਗਨ ਸਵਧਾਨਾ। ਉਸ ਸਮੇਂ ਸਿਪਾਹੀਆਂ ਨੂੰ ਸਾਵਧਾਨ ਤਾੜਦਾ ਹੈ ਕਿ ਸਾਵਧਾਨ ਹੋ ਜਾਵੋ। ਖਰੇ ਰਹੋ ਰਾਖੋ ਤਰਕਾਰੀ। ਕਹਿੰਦਾ ਹੈ ਖੜੇ ਰਵੋ ਬੜੀ ਤਕੜਾਈ ਦੇ ਸਹਿਤ, ਦੇਖਣਾ ਕਰੋ ਕਿਤੇ ਸੌਂਦੇ ਤਾਂ ਨਹੀਂ। ਨਾਹੇ ਨਾ ਖਾਏ ਪੀ ਸੁਪਤਾਈ। ਕਹਿੰਦੇ ਹਨ ਨਾ ਹੀ ਕੋਈ ਇਹਨਾਂ ਨੂੰ ਖਾਣ ਪੀਣ ਦੀ ਚੀਜ਼ ਆਉਣੀ ਚਾਹੀਦੀ ਹੈ ਤੇ ਨਾ ਹੀ ਇਹਨਾਂ ਨੂੰ ਨੀਂਦ ਆਉਣੀ ਚਾਹੀਦੀ ਹੈ। ਪਾਂਚੋ ਸਿੱਖਣ ਪੌਰ ਮਝਾਰ। ਸਾਧ ਸੰਗਤ ਜੀ ਜੇ ਬੰਦਾ ਆਮ ਜੀਵਨ ਵਿੱਚ ਦੇਖਿਆ ਜਾਵੇ ਥੋੜੇ ਦਿਨ ਨਾ ਸੌਵੇਂ ਕੁਝ ਖਾਣ ਨੂੰ ਨਾ ਮਿਲੇ ਪਾਗਲ ਹੋ ਜਾਂਦਾ ਹੈ। ਪਰ ਇੱਧਰ ਸਾਧ ਸੰਗਤ ਜੀ ਹਜੂਰ ਨੇ ਕਿਹਾ ਅਸੀਂ ਚੰਦੂ ਤੇਰੇ ਘਰ ਦਾ ਨਾ ਹੀ ਖਾਵਾਂਗੇ ਨਾ ਹੀ ਕੁਝ ਪੀਵਾਂਗੇ। ਇੱਧਰ ਜਿਹੜੇ ਹਜੂਰ ਦੇ ਨਾਲ 5 ਸਿੰਘ ਆਏ ਸੀ ਉਹ ਸਾਧ ਸੰਗਤ ਜੀ ਇਸ ਦੀ ਗੜੀ ਦੇ ਦਰਵਾਜ਼ੇ ਦੇ ਵਿੱਚ ਕੈਦ ਕਰੋ ਰਸ ਰਿੰਨ ਕੋ ਡਾਰ। ਕਹਿੰਦਾ ਹੈ ਰੱਸੀਆਂ ਪਾ ਕੇ ਦਿਉੜੀ ਦੇ ਵਿੱਚ ਉਹਨਾਂ 5 ਸਿੰਘਾਂ ਨੂੰ ਬੰਨ ਦਿੱਤਾ ਜਾਵੇ। ਇਸਕੇ ਪਾਸ ਨ ਆਵਣ ਦੀਜੋ। ਨਾ ਹੀ ਇਹਨਾਂ ਦੇ ਪਾਸ ਉਹ 5 ਸਿੰਘ ਵੀ ਨਹੀਂ ਆਉਣ ਦਿੱਤੇ ਜਾਣੇ ਚਾਹੀਦੇ। ਬਾਤ ਬਖਾਨੈ ਕੋਈ ਨ ਬੀਜੋ। ਤੇ ਨਾ ਹੀ ਕੋਈ ਗੱਲਬਾਤ ਹੋਣੀ ਚਾਹੀਦੀ ਹੈ। ਉਹਨਾਂ 5 ਸਿੰਘਾਂ ਨੂੰ ਦਿਉੜੀ ਦੇ ਵਿੱਚ ਰੱਸਿਆਂ ਦੇ ਨਾਲ ਬੰਨ ਲਿੱਤਾ ਜਾਵੇ। ਰੱਖੋ ਇਕਾਕੀ ਇਹਾਂ ਬਿਠਾਏ। ਕਹਿੰਦੇ ਹਨ ਇਹਨਾਂ ਨੂੰ ਇਕੱਲੇ ਹੀ ਇੱਥੇ ਬਿਠਾ ਕੇ ਰੱਖੋ। ਇਹ ਹਜੂਰ ਬਾਬਤ ਚੰਦੂ ਬਚਨ ਆਖਦਾ ਹੈ। ਖਰੋ ਰਹੇ ਇੱਕ ਨਰ ਇਸ ਥਾਂ। ਇੱਕ ਸਿਪਾਹੀ ਹਰ ਸਮੇਂ ਇਹਨਾਂ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਹੈ। ਉੱਠਣੇ ਦੇਹੋ ਨ ਪੋੜਨ ਦੇਹੋ। ਨਾ ਹੀ ਇਹਨਾਂ ਨੂੰ ਉੱਠਣ ਦੇਣਾ ਤੇ ਨਾ ਹੀ ਇਹਨਾਂ ਨੂੰ ਲੇਟਣ ਦੇਣਾ। ਭਾਵ ਇੱਕ ਸਮਾਧੀ ਵਿੱਚ ਹੀ ਜਿਸ ਤਰ੍ਹਾਂ ਆਪਣੀ ਮੌਜ 'ਚ ਬੈਠੇ ਹਨ ਬੈਠੇ ਰਹਿਣ ਦੇਵੋ। ਬੋਲਣ ਦੇਹੋ ਨਾ ਦੇਖਣ ਦੇਹੋ। ਨਾ ਹੀ ਇਹਨਾਂ ਨੂੰ ਕਿਤੇ ਬੋਲਣ ਦਿੱਤਾ ਜਾਵੇ ਕਿਸੇ ਨਾਲ ਤੇ ਨਾ ਹੀ ਕਿਤੇ ਇਹਨਾਂ ਨੂੰ ਬਾਹਰ ਜਾਂ ਦੇਖਣ ਦਿੱਤਾ ਜਾਵੇ। ਇਮ ਕਹਿ ਸਦਨ ਬਰਿਓ ਨਿਜ ਜਾਏ। ਇਸ ਤਰ੍ਹਾਂ ਦੇ ਬਚਨ ਕਹਿ ਕੇ ਸਾਧ ਸੰਗਤ ਜੀ ਪਾਪੀ ਚੰਦੂ ਆਪਣੇ ਘਰ ਵਿੱਚ ਜਾ ਪ੍ਰਵੇਸ਼ ਕਰਦਾ ਹੈ। ਮਹਾ ਦੁਸ਼ਟ ਬੜ ਖੋਟ ਉਪਾਏ। ਮਹਾ ਦੁਸ਼ਟ ਤੇ ਜਿੰਦੇ ਮਨ ਦੇ ਵਿੱਚ ਸਾਧ ਸੰਗਤ ਜੀ ਬੜੀ ਖੋਟ ਹੈ। 100 ਦਿਨ ਬੀਤ ਗਇਓ ਨਿਸ ਬੀਤੇ। ਉਹ ਦਿਨ ਸਾਧ ਸੰਗਤ ਜੀ ਪਹਿਲਾ ਦਿਨ ਬੀਤਦਾ ਹੈ। ਹਜੂਰ ਉਸੇ ਤਰ੍ਹਾਂ ਹੀ ਬਿਨਾਂ ਕੋਈ ਭੋਜਨ ਛਕੇ ਬਿਨਾਂ ਹੀ ਜਲ ਛਕੇ ਬਿਨਾਂ ਹੀ ਨੀਂਦਰੇ ਤੋਂ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਪਹਿਲਾ ਦਿਨ ਚੰਦੂ ਪਾਪੀ ਦੇ ਗ੍ਰਹਿ ਵਿਖੇ ਗੁਜ਼ਾਰਿਆ ਹੈ। ਦੂਜਾ ਦਿਨ ਚੜ੍ਹਦਾ ਹੈ। ਹਜੂਰ ਦਾ ਉਸੇ ਤਰ੍ਹਾਂ ਧੜਕਦਾ ਹੋਇਆ ਤੇਜ ਪ੍ਰਤਾਪ ਦੇ ਸਹਿਤ ਮਸਤਕ ਹੈ। ਮਹਾਰਾਜ ਜੀ ਬੈਠੇ ਸਾਧ ਸੰਗਤ ਜੀ ਸੁਖਮਨੀ ਸਾਹਿਬ ਦਾ ਜਿਸ ਤਰ੍ਹਾਂ ਪਾਠ ਕਰ ਰਹੇ ਹਨ। ਖਾਣ ਪਾਣ ਬਿਨ ਸਤਿਗੁਰ ਰੀਤੇ। ਸਾਧ ਸੰਗਤ ਜੀ ਬਿਨਾਂ ਖਾਣ ਪੀਣ ਤੋਂ ਹੀ ਹਜੂਰ ਰੱਜੇ ਹਨ। ਤੇਜ ਪ੍ਰਤਾਪ ਦੇ ਸਹਿਤ ਮਹਾਰਾਜ ਜੀਆਂ ਦਾ ਮਸਤਕ ਦਗ ਰਿਹਾ ਹੈ। ਸਿੱਖਣ ਮਹਿ ਰੋਰਾ ਪਰ ਗਇਓ। ਇਧਰ ਬਾਹਰ ਲਾਹੌਰ ਦੇ ਸਿੱਖਾਂ ਦੇ ਵਿੱਚ ਰੌਲਾ ਪੈ ਗਿਆ ਹੈ ਕਿ ਭਾਵ ਹਜੂਰ ਕਿੱਧਰ ਚਲੇ ਗਏ ਹਨ। ਗੁਰਗਿਤ ਗਏ ਨ ਸੁਧ ਕੋ ਪਇਓ। ਸਿੱਖ ਲੱਭਦੇ ਫਿਰਦੇ ਹਨ ਲਾਹੌਰ ਦੀਆਂ ਗਲੀਆਂ 'ਚ ਗੁਰੂ ਜੀ ਕਿੱਧਰ ਚਲੇ ਗਏ ਹਨ। ਇੱਕ ਦੂਜੇ ਦੇ ਘਰ ਵਿੱਚ ਜਾ ਕੇ ਪੁੱਛਦੇ ਹਨ ਕੋਈ ਖਬਰ ਹੈ ਹਜੂਰ ਦੀ। ਸਿੱਖਾਂ ਦੇ ਵਿੱਚ ਹਜੂਰ ਦੇ ਦਰਸ਼ਨਾਂ ਦੀ ਲਾਲਸਾ ਹੈ। ਮਹਾਰਾਜ ਜੀਆਂ ਨੂੰ ਲਾਹੌਰ ਦੇ ਸਿੱਖ ਜਿਸ ਤਰ੍ਹਾਂ ਲੱਭ ਰਹੇ ਹਨ। ਇਤ ਉਤ ਨਗਰ ਬਿਖੈ ਫਿਰ ਹੇਰੈ। ਇੱਧਰ ਉੱਧਰ ਨਗਰ ਦੇ ਵਿੱਚ ਜਿਸ ਤਰ੍ਹਾਂ ਸਿੱਖ ਦੇਖਦੇ ਹਨ ਕਿਤੋਂ ਵੀ ਸਾਧ ਸੰਗਤ ਜੀ ਪਤਾ ਨਹੀਂ ਲੱਗ ਰਿਹਾ ਕਿ ਹਜੂਰ ਕਿੱਧਰ ਚਲੇ ਗਏ ਹਨ। ਪਿਖੈ ਧਰਮਸਾਲਾਦ ਕਨੇਰੈ। ਧਰਮਸ਼ਾਲਾ ਦੇਖਦੇ ਹਨ ਗੁਰਸਿੱਖ ਸਾਧ ਸੰਗਤ ਜੀ ਹਜੂਰ ਨੂੰ ਸਿੰਘਾਂ ਦੇ ਘਰਾਂ ਵਿੱਚ ਜਾ ਜਾ ਕੇ ਦੇਖਦੇ ਹਨ ਕੋਈ ਮਹਾਰਾਜ ਜੀਆਂ ਦੀ ਕਿਤੋਂ ਖਬਰ ਹੀ ਪਤਾ ਲੱਗ ਜਾਵੇ। ਸਿੱਖਣ ਕੇ ਕਰ ਸਿੱਖ ਫਿਰੰਤੇ। ਸਿੰਘਾਂ ਦੇ ਘਰ ਵਿੱਚ ਸਿੰਘ ਫਿਰ ਰਹੇ ਹਨ। ਕਿਤ ਸਤਿਗੁਰ ਉਤਰੇ ਗੁਠਵੰਤੇ। ਦੇਖਦੇ ਹਨ ਗੁਣਾ ਦੀ ਖਾਣ
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਸਿੱਖ ਦੇ ਘਰੇ ਉਤਰੇ ਹੋਣ। ਮਹਾਰਾਜ ਜੀਆਂ ਨੂੰ ਗੁਰਸਿੱਖ ਇਧਰ ਲਾਹੌਰ ਵਿਖੇ ਲੱਭ ਰਹੇ ਹਨ। ਗਇਓ ਸ਼ਾਹੋ ਡਿਗ ਬੋਹਰ ਨ ਆਏ। ਉਸ ਸਮੇਂ ਸਾਧ ਸੰਗਤ ਜੀ ਇੱਕ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਹੈ, ਹਜੂਰ ਜਿਸ ਸਮੇਂ ਜਹਾਂਗੀਰ ਨੂੰ ਮਿਲਣ ਗਏ ਸੀ, ਉਸ ਤੋਂ ਬਾਅਦ ਅਸੀਂ ਹਜੂਰ ਨੂੰ ਨਹੀਂ ਦੇਖਿਆ। ਕਿਦੋਂ ਸੁਧਾਸਰ ਕੋ ਗਮ ਨਾਏ। ਕੋਈ ਸਿੰਘ ਕਹਿੰਦਾ ਹੈ ਕਿਤੇ ਹਜੂਰ ਸੁਧਾਸਰ ਅੰਮ੍ਰਿਤਸਰ ਸਾਹਿਬ ਨੂੰ ਤਾਂ ਨਹੀਂ ਮਹਾਰਾਜ ਜੀਆਂ ਨੇ ਪਿਆਨਾ ਕਰ ਦਿੱਤਾ। ਆਪਣੇ ਮਨ ਵਿੱਚ ਗੁਰਸਿੱਖ ਐਸੇ ਵਿਚਾਰ ਕਰਦੇ ਹਨ। ਫਿਰਤ ਸਰਕਾਰੀ ਲੋਕ। ਤਾਂ ਉੱਥੇ ਜਿਹੜੇ ਸਰਕਾਰੀ ਲੋਕ ਫਿਰਦੇ ਸੀ, ਬੂਝਣ ਕੀਨੇ ਸੋ ਅਵਲੋਕ। ਉਹਨਾਂ ਨੂੰ ਸਾਧ ਸੰਗਤ ਜੀ ਸਿੰਘਾਂ ਨੇ ਪੁੱਛਿਆ ਹੈ, ਹਜੂਰ ਇੱਧਰ ਨੂੰ ਆਏ ਸੀ, ਆਪ ਨੂੰ ਕੋਈ ਹਜੂਰ ਦੀ ਖਬਰ ਦਾ ਪਤਾ ਹੈ? ਉਸ ਸਮੇਂ ਜਿਵੇਂ ਉਹ ਦੱਸਦੇ ਹਨ, ਤਿਨ ਕੇ ਸੁਧ ਗੁਣ ਸਿੱਖਣ ਪਾਏ। ਉਹਨਾਂ ਨੂੰ ਸਾਧ ਸੰਗਤ ਜੀ ਸਿੱਖਾਂ ਨੂੰ ਹਜੂਰ ਦੀ ਸੁਧ ਮਿਲਦੀ ਹੈ। ਚੰਦੂ ਕੇ ਨਰ ਸੰਗ ਸਿਧਾਏ। ਕਹਿੰਦੇ ਹਨ ਕਿ ਜਿਸ ਸਮੇਂ ਹਜੂਰ ਇੱਥੇ ਆਏ ਸੀ, ਚੰਦੂ ਆਪਣੇ ਸਿਪਾਹੀਆਂ ਦੇ ਨਾਲ ਹਜੂਰ ਨੂੰ ਲੈ ਗਿਆ ਸੀ। ਤਿਸਕੇ ਸਦਨ ਪ੍ਰਵੇਸ਼ਤ ਹੇਰੇ। ਕਹਿੰਦੇ ਹਨ ਅਸੀਂ ਉਸ ਦੇ ਘਰ ਵਿੱਚ ਵੜਦੇ ਹੋਏ ਹਜੂਰ ਤੇ 5 ਸਿੰਘ ਤੱਕੇ ਹਨ। ਤਿਮਰ ਭਏ ਪਹੁੰਚੇ ਤਿਸ ਬੇਰੇ। ਰਾਤ ਹੋ ਗਈ ਸੀ, ਉਸ ਸਮੇਂ ਅਸੀਂ ਉਸ ਦੇ ਘਰ ਵਿੱਚ ਵੜਦੇ ਹੋਏ ਦੇਖੇ ਹਨ। ਪ੍ਰੇਮੀ ਸਿੱਖ ਤਹਾਂ ਕੋ ਗਏ। ਜਿਹੜੇ ਪ੍ਰੇਮ ਵਾਲੇ ਸਿੰਘ ਸੀ, ਲਾਹੌਰ ਦੀਆਂ ਸੰਗਤਾਂ ਚੰਦੂ ਦੇ ਘਰ ਦੇ ਬਾਹਰ ਜਾਂਦੀਆਂ ਹਨ। ਦੀਏ ਕਿਵਾਰ ਬਿਲੋਕਤ ਭਏ। ਦਰਵਾਜ਼ੇ ਲੱਗੇ ਹੋਏ ਹਨ, ਕਵਾੜ ਭਾਵ ਉਸ ਦੇ ਘਰ ਦੇ ਦੋਵੇਂ ਦਰਵਾਜ਼ੇ ਲੱਗੇ ਹਨ। ਅੰਤਰ ਸਿੱਖ ਪਠਤ ਇੱਕ ਬਾਣੀ। ਅੰਦਰੋਂ ਸਾਧ ਸੰਗਤ ਜੀ ਭਾਈ ਪ੍ਰਾਨਾ ਜੀ ਦਰਵਾਜ਼ੇ ਦੇ ਨਾਲ ਬੰਨੇ ਹੋਏ ਹਨ। ਮੁਖ ਤੋਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਨ। ਬਾਹਰ ਸਿੱਖਾਂ ਨੂੰ ਉਹਨਾਂ ਦੀ ਆਵਾਜ਼ ਆ ਰਹੀ ਹੈ। ਗੁਰ ਏਟਾ ਹੈ ਤਬ ਸੁਧ ਜਾਨੀ। ਸਿੱਖਾਂ ਨੂੰ ਨਿਸ਼ਚਾ ਹੋ ਗਿਆ ਹੈ ਕਿ ਗੁਰੂ ਜੀ ਮਣਾ ਇਸੇ ਸਥਾਨ ਤੇ ਹੀ ਹਨ। ਚਿਰਕਣ ਕਰ ਹੈ ਸਿਪਾਹੀ ਤੋਣ। ਤਾਂ ਫਿਰ ਸਾਧ ਸੰਗਤ ਜੀ ਚੰਦੂ ਦਾ ਸਿਪਾਹੀ ਭਾਈ ਪ੍ਰਾਣਾ ਜੀਆਂ ਨੂੰ ਪਾਠ ਕਰਦੇ ਹੋਏ ਝਟਕਦਾ ਹੋਇਆ ਕਹਿੰਦਾ ਹੈ, ਕਿਆ ਤੂੰ ਬਖੈ ਬੈਠ ਤਰ ਮੋਣ। ਕਹਿੰਦਾ ਮੂੰਹ ਤੋਂ ਤੂੰ ਕੀ ਬੋਲ ਰਿਹਾ ਹੈ, ਬੁੜਬੁੜ ਕਰਦਾ ਹੈ, ਭਾਵ ਚੁੱਪ ਕਰਕੇ ਕਿਉਂ ਨਹੀਂ ਬੈਠਦਾ। ਵਹਿਰ ਖਰੇ ਪਿਖ ਦੀਏ ਹਟਾਈ। ਜਿਹੜੇ ਸਿੰਘ ਬਾਹਰ ਖੜੇ ਸੀ ਸਿੱਖ ਸੰਗਤਾਂ ਮਹਾਰਾਜ ਜੀਆਂ ਦੇ ਦਰਸ਼ਨਾਂ ਵਾਸਤੇ, ਉਹ ਸਭ ਪਾਪੀ ਚੰਦੂ ਨੇ ਕਹਿ ਕੇ ਉੱਥੋਂ ਹਟਵਾ ਦਿੱਤੀਆਂ। ਖਰੇ ਨਾ ਹੋ ਜਾਜ ਨਿਜ ਥਾਈ। ਸਿਪਾਹੀ ਕਹਿੰਦੇ ਹਨ ਇੱਥੇ ਕੀ ਖੜੇ ਕਰਦੇ ਜੇ, ਆਪਦੇ ਘਰਾਂ ਨੂੰ ਸਭ ਚਲੇ ਜਾਓ। ਡਰੈ ਦੁਸ਼ਟ ਤੇ ਟਰ ਕਰ ਗਏ। ਸਾਧ ਸੰਗਤ ਜੀ ਦੁਸ਼ਟ ਪਾਪੀ ਸੀ, ਉਸ ਤੋਂ ਡਰਦੇ ਹੋਏ ਗੁਰਸਿੱਖ ਸਾਧ ਸੰਗਤ ਜੀ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕੋਈ ਵਸ ਨਹੀਂ ਚੱਲਦਾ ਗੁਰਸਿੱਖਾਂ ਦਾ, ਕੀ ਕਰੀਏ। ਇਸੇ ਖਾਤਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਐਸੀ ਸ਼ਹਾਦਤ ਦਿੱਤੀ ਹੈ। ਮਹਾਰਾਜ ਜੀਆਂ ਨੇ ਸ਼ਹਾਦਤ ਨੂੰ ਪੜ੍ਹਨ ਸੁਣਨ ਮਾਤਰ ਸੇ ਹੀ ਗੁਰਸਿੱਖਾਂ ਵਿੱਚ ਐਸੀ ਜ਼ਿੰਦਗੀ ਜਿਉਣ ਦਾ ਜਜ਼ਬਾ ਪੈਦਾ ਹੁੰਦਾ ਹੈ। ਸ਼ਹੀਦੀ ਤੋਂ ਬਾਅਦ ਗੁਰਸਿੱਖ ਜਿਸ ਤਰ੍ਹਾਂ ਜੀਵਨ ਮੰਨਦੇ ਹਨ, ਕਹਿੰਦੇ ਹਨ ਜੀਵਨੋਂ ਮੈਂ ਜੀਵਨ ਪਾਇਆ, ਹਜੂਰ ਜੀਵਨਾਂ ਵਿੱਚੋਂ ਜੀਵਨ ਪਾਇਆ ਹੈ। ਜਿਸ ਤਰ੍ਹਾਂ ਅੱਜ ਭਾਈ ਮਹਿੰਗਾ ਜੀਆਂ ਦੀ ਆਪ ਜੀਆਂ ਨੇ ਸ਼ਹਾਦਤ ਦਾ ਪ੍ਰਸੰਗ ਸ਼ਰਵਣ ਕੀਤਾ ਸੀ, ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੇ ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹਾਦਤ ਦਿੰਦੇ ਹਨ, ਹਜੂਰ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹਜੂਰ ਕਹਿੰਦੇ ਹਨ ਹੈ ਸਭ ਜਗ ਭਇਓ, ਸੰਸਾਰ ਦੇ ਵਿੱਚ ਫਿਰ ਇੱਕ ਸਮੇਂ ਹਾਹਾਕਾਰ ਮੱਚੀ ਸੀ ਹਜੂਰ ਦੀ ਸ਼ਹਾਦਤ ਤੋਂ ਬਿਨਾਂ। ਇਹ ਜੋ ਕਹਿੰਦੇ ਸੀ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਹਜੂਰ ਨੇ ਜਿਸ ਸਮੇਂ ਨਰੰਗੇ ਨੇ ਆਖਿਆ ਸੀ ਕੋਈ ਸਿੱਖ ਹੈ ਜੋ ਹਜੂਰ ਦਾ ਭਾਵ ਧੜ ਚੱਕ ਕੇ ਲੈ ਜਾਵੇ, ਕੋਈ ਨਾ ਸੀ ਨਿਤਰਿਆ। ਉਸ ਸਮੇਂ ਐਸੀ ਹਜੂਰ ਨੇ ਸ਼ਹਾਦਤ ਦਿੱਤੀ। ਖੰਡੇ ਬਾਟੇ ਦਾ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਅੰਮ੍ਰਿਤ ਛਕਾਇਆ, ਸ੍ਰੀ ਸਾਹਿਬਾ ਗਾਤਰੇ ਪਵਾ ਕੇ ਆਖਿਆ ਇਹ ਕਾਇਰ ਤੇ ਬੁਜਦਲੀ ਦੀ ਜ਼ਿੰਦਗੀ ਨਾਲੋਂ ਸਿੰਘ ਮੌਤ ਪ੍ਰਵਾਨ ਕਰਦੇ ਹਨ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਦੋ ਮਾਰਗ ਮੁਕਤ ਕੈ ਕਹੀਐ,
ਪ੍ਰਥਮ ਹਰ ਭਗਤ ਹਰ ਜਨ ਕੀ, ਦੁਤੀਆ ਸੁਰਤ ਸੂਰਨ ਕੀ ਧਰਾ, ਸੁਭ ਗਾਤਾ ਆਯੋਧਨ ਕੀ। ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਦੋ ਮਾਰਗ ਮੁਕਤੀ ਦੇ ਕਹੇ ਜਾਂਦੇ ਹਨ। ਇੱਕ ਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਲੀਨ ਹੋਣਾ, ਦੂਜਾ ਸ਼ਸਤਰ ਪਕੜ ਕੇ ਧਰਮ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰਨੀ। ਸਾਧ ਸੰਗਤ ਜੀ, ਹਜੂਰ ਦੇ ਹੀ ਰਸਤੇ ਤੇ ਚੱਲਦੇ ਹੋਏ ਗੁਰਸਿੱਖ ਜਿਸ ਤਰ੍ਹਾਂ ਭਵਰਾ ਲਾਟ ਤੇ ਆ ਕੇ ਆਪਣੀ ਆਹੂਤੀ ਦੇ ਦਿੰਦਾ ਹੈ, ਮਹਾਰਾਜ ਜੀਆਂ ਤੋਂ ਵਾਰਨੇ ਕੁਰਬਾਨ ਜਾਂਦੇ ਹਨ। ਕਹਿੰਦੇ ਹਨ, ਮਹਾਰਾਜ ਜੀ, ਕੋਈ ਮਹਾਰਾਜ ਜੀ ਮਾਇਆ ਚੜਾਉਂਦਾ ਹੈ, ਫੁੱਲ ਚੜਾਉਂਦਾ ਹੈ, ਮਾਧੋ ਇਹੋ ਜਨਮ ਤੁਮਾਰੇ ਲੇਖੇ। ਹਜੂਰ ਆਪਣਾ ਜਨਮ ਹੀ ਆਪ ਜੀਆਂ ਦੇ ਜੇ ਚਰਨਾਂ ਤੋਂ ਕੁਰਬਾਨ ਕਰ ਦਿੱਤਾ ਜਾਵੇ। ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਫਿਰ ਵੀ ਮਹਾਰਾਜ ਜੀ ਕੋਈ ਵਡਿਆਈ ਵਾਲੀ ਗੱਲ ਨਹੀਂ ਹੋਵੇਗੀ ਜੇ ਅਸੀਂ ਆਪਣਾ ਸੀਸ ਵੀ ਭੇਟ ਕਰ ਦਈਏ। ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਵੀ ਸਸਤਾ ਜਾਣ। ਐਸੇ ਗੁਰਸਿੱਖ ਜਿਨ੍ਹਾਂ ਨੇ ਹਜੂਰ ਦੀ ਸ਼ਹਾਦਤ ਨੂੰ ਸ਼ਰਵਣ ਮਾਤਰ ਸੇ ਹੀ ਸ਼ਹਾਦਤ ਦਾ ਬੀਜ ਅੰਦਰ ਪੈਦਾ ਹੁੰਦਾ ਹੈ। ਅੱਗੇ ਜਿਸ ਤਰ੍ਹਾਂ ਇਤਿਹਾਸ ਆਵੇਗਾ ਸਾਧ ਸੰਗਤ ਜੀ, ਜਿਸ ਤਰ੍ਹਾਂ ਚੰਦੂ ਫਿਰ ਇੱਕ ਦੇਗਚੇ ਦੇ ਵਿੱਚ ਪਾਣੀ ਜਿਸ ਤਰ੍ਹਾਂ ਕਹਿੰਦਾ ਹੈ ਸਿਪਾਹੀਆਂ ਨੂੰ ਪਾਣੀ ਗਰਮ ਕੀਤਾ ਜਾਵੇ, ਉਸ ਵਿੱਚ ਹਜੂਰ ਜਿਸ ਤਰ੍ਹਾਂ ਬੈਠਦੇ ਹਨ, ਹਜੂਰ ਦੇ ਸੀਸ ਤੇ ਫਿਰ ਅਗਲੇ ਦਿਨ ਤੱਤਾ ਰੇਤਾ ਪਾਉਂਦਾ ਹੈ। ਫਿਰ ਤੱਤੀ ਤਵੀ ਤੇ ਜਿਸ ਤਰ੍ਹਾਂ ਮਹਾਰਾਜ ਦੀ ਸਮਾਧੀ ਲਾ ਕੇ ਬੈਠ ਜਾਂਦੇ ਹਨ, ਫਿਰ ਜਿਸ ਤਰ੍ਹਾਂ ਰਾਵੀ ਨੂੰ ਹਜੂਰ ਪਿਆਨਾ ਕਰਦੇ ਹਨ, ਆਪ ਸਾਧ ਸੰਗਤ ਜੀ ਹਜੂਰ ਜਿਸ ਤਰ੍ਹਾਂ ਸ਼ਹਾਦਤ ਪ੍ਰਾਪਤ ਕਰਦੇ ਹਨ। ਆਉਣ ਵਾਲੇ ਦਿਨਾਂ ਵਿੱਚ ਪ੍ਰਸੰਗ ਸ਼ਰਵਣ ਕਰਾਂਗੇ। ਮਹਾਰਾਜ ਜੀਆਂ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਰਬੱਤ ਸੰਗਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਆ। ਸਭ ਸੰਸਾਰ ਆਉਣ ਜਾਣ ਵਿੱਚ ਹੈ, ਪਰ ਹਜੂਰ ਤਾਂ ਸਦਾ ਨਵੇਂ ਹਨ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਅੱਜ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਸਤਰਾਂ ਸਮੇਤ ਆਤਮਕ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਰੂਪ ਵਿੱਚ ਤਖਤ ਤੇ ਸੱਜ ਬੈਠੇ ਹਨ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਹਜੂਰ ਦਾ ਚੰਦੋਆ ਜਿਸ ਤਰ੍ਹਾਂ ਭਾਰੀ ਸ਼ੋਭਾ ਪਾ ਰਿਹਾ ਹੈ ਹਜੂਰ ਦੇ ਸੀਸ ਤੇ, ਮਹਾਰਾਜ ਜੀ ਕਿਰਪਾ ਕਰਨ, ਬਲ ਬੁੱਧ ਸਮਰੱਥਾ ਬਖਸ਼ਣ, ਆਪਣਾ ਜਸ ਹਜੂਰ ਇਸੇ ਤਰ੍ਹਾਂ ਆਪੇ ਕਰਵਾ ਲਿਆ ਕਰਨ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਡਰੈ ਦੁਸ਼ਟ ਤੇ ਟਰ ਕਰ ਗਏ, ਸੁਧ ਆਪਸ ਮਹਿ ਕਰਤੇ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਲਾਹੌਰ ਜਾਣਾ ਹੋਇਆ, ਉਹ ਕਿਹੜੇ ਕਿਹੜੇ ਕਾਰਨ ਸਨ, ਜਿਸ ਦੇ ਵਿੱਚ ਦੀਵਾਨ ਚੰਦੂ ਦਾ ਗੁਰਮੁਖ ਪਿਆਰਿਆਂ ਨੇ ਆਪ ਸੰਗਤਾਂ ਨੂੰ ਦੱਸਿਆ ਹੈ। ਕਿਉਂਕਿ ਜਿਹੜਾ ਜਹਾਂਗੀਰ ਸੀ